Hello and welcome to CBA, and also welcome to the previous year questions of Indian polity, specifically the Punjab PCS Executive Register A2 and Register C examination. ਅੱਜ ਆਪਾਂ ਡਿਸਕਸ ਕਰਨ ਜਾ ਰਹੇ ਹਾਂ ਲੇਟੈਸਟ ਹੋਏ ਪੇਪਰ ਜਿਹੜਾ 2024 ਦੇ ਵਿੱਚ ਐਗਜ਼ਾਮ ਹੋਇਆ ਸੀਗਾ ਤੇ ਸ਼ੁਰੂਆਤ ਤੋਂ ਆਪਾਂ ਗੱਲ ਕਰ ਰਹੇ ਹਾਂ ਇਹਨਾਂ ਦਾ ਵੀ ਆਪਾਂ ਜੋ ਪ੍ਰੀਵੀਅਸ ਈਅਰ ਸੀਗੇ ਉਹ ਡਿਸਕਸ ਕੀਤੇ ਹੋਏ ਆ ਤੇ ਆਪਾਂ ਟ੍ਰਾਂਜੀਸ਼ਨ ਦੇਖ ਰਹੇ ਹਾਂ ਕਿ ਕਿੰਨਾ ਸ਼ੁਰੂਆਤੀ ਦੌਰ ਦੇ ਵਿੱਚ 2014-15 ਦੇ ਵਿੱਚ ਜਦੋਂ ਸਿੰਪਲ ਕੁਐਸਚਨ ਵਨ ਲਾਈਨਰ ਪੁੱਛੇ ਗਏ ਸੀ ਕਿਵੇਂ ਟ੍ਰਾਂਜੀਸ਼ਨ ਹੋਇਆ ਹੈ ਕਿ ਜ਼ਿਆਦਾ ਕੰਪਲੈਕਸ ਕੁਐਸਚਨ ਬਣਦੇ ਜਾ ਰਹੇ ਹਨ ਸੋ ਟੂ ਬਿਗਿਨ ਵਿਦ the very first question today we encounter that is not traditionally from the constitution, rather from the representation of people's act, so that of UPSC style rather. So with reference to the election laws and regulations in India, consider the following statement and find which of the statement given above are incorrect. ਇਹਨਾਂ ਦੇ ਵਿੱਚੋਂ ਗਲਤ ਸਟੇਟਮੈਂਟ ਕਿਹੜੀ ਹੈ that will be answer. ਮੈਂ ਬਾਰ-ਬਾਰ ਰਿਕੁਐਸਟ ਕਰਾਂਗਾ ਪਲੀਜ਼ ਜਦੋਂ ਵੀ ਆਪਾਂ MCQ ਕਰਦੇ ਹਾਂ ਆਪਾਂ ਇਹ ਜ਼ਰੂਰ ਨੋਟ ਕਰਨਾ ਹੈ ਕਿ ਉਹਦੇ ਚ ਕਰੈਕਟ ਸਟੇਟਮੈਂਟ ਸਾਡਾ ਆਨਸਰ ਹੈ ਜਾਂ ਇਨਕਰੈਕਟ ਸਟੇਟਮੈਂਟ ਆਨਸਰ। ਸੋ ਪਹਿਲੀ ਸਟੇਟਮੈਂਟ ਹੈ the Representation of People's Act 1950 allows a political party to submit a list of star campaigners to the election authorities. ਆਪਾਂ ਸਟੇਟਮੈਂਟ ਵਾਈਜ਼ ਚਲਿਏ ਜ਼ਿਆਦਾਤਰ ਜੋ ਇਹਦੇ ਚ ਸਟੇਟਮੈਂਟ ਹੈ ਉਹ ਰਿਪਰੈਜ਼ੈਂਟੇਸ਼ਨ ਆਫ ਪੀਪਲਸ ਐਕਟ 1950 ਤੇ 51 ਦੇ ਅਕੋਰਡਿੰਗ ਪੁੱਛੀ ਗਈ। ਹੁਣ ਪਹਿਲਾ ਕਹਿ ਰਿਹਾ ਕਿ ਜੀ 1950 ਦੇ ਐਕਟ ਦੇ ਅਕੋਰਡਿੰਗ ਜਿਹੜੀ ਪੋਲੀਟੀਕਲ ਪਾਰਟੀ ਹੈ ਉਹ ਸਟਾਰ ਕੰਪੇਨਰ ਦੀ ਕਿ ਉਹਦੀ ਪਾਰਟੀ ਦੇ ਚੁਣਾਵ ਪ੍ਰਚਾਰ ਦੇ ਲਈ ਚੋਣ ਪ੍ਰਚਾਰ ਦੇ ਲਈ ਉਹ ਸਟਾਰ ਕੈਂਪੇਨਰ ਦੀ ਇੱਕ ਲਿਸਟ ਸੌਂਪ ਸਕਦੇ ਨੇ ਕੀ ਆਰਪੀਏ 1950 ਦੇ ਵਿੱਚ ਲਿਖਿਆ ਹੋਇਆ। ਦੂਜਾ ਵੀ ਸਟਾਰ ਕੰਪੇਨਰ ਨਾਲ ਜੁੜਿਆ ਸਟੇਟਮੈਂਟ ਹੈ the expenditure incurred on electioneering by all the star campaigners must be added to candidates poll expenditure. Now ਜੇ ਆਪਾਂ ਇਹ ਦੋ ਸਟੇਟਮੈਂਟ ਦੇਖੀਏ ਸਭ ਤੋਂ ਪਹਿਲੀ ਸਟੇਟਮੈਂਟ ਦੇ ਵਿੱਚ ਇੱਕ ਮਾਈਨਰ ਗਲਤੀ ਕਰਾਈ ਗਈ ਹੈ ਕਿ 1950 ਦੇ ਐਕਟ ਦੇ ਵਿੱਚ ਨਹੀਂ ਸਗੋਂ 1951 ਦੇ ਆਰਪੀ ਐਕਟ ਦੇ ਵਿੱਚ ਕੀਤੀ ਹੋਈ ਹੈ। ਸੋ ਜੇ ਸਟਾਰ ਕੰਪੇਨਰ ਦੀ ਇੱਕ ਲਿਸਟ ਪ੍ਰੋਵਾਈਡ ਕਰੂਗੀ ਪੋਲੀਟੀਕਲ ਪਾਰਟੀ ਉਹ 1951 ਦੇ ਐਕਟ ਥਰੂ ਹੈ। 1950 ਦਾ ਐਕਟ ਰਾਦਰ ਬਹੁਤ ਜ਼ਿਆਦਾ ਸਟੈਟਿਕ ਜਿਹਾ ਹੈ, ਇਹਦੇ ਚ ਇਲੈਕਸ਼ਨ ਨੂੰ ਲੈ ਕੇ ਇਲੈਕਟੋਰਲ ਆਫੀਸਰ ਕਿਹੜੇ ਹੋਣਗੇ ਇਹਦੇ ਬਾਰੇ ਜ਼ਿਆਦਾ ਗੱਲ ਕੀਤੀ ਗਈ, ਇਲੈਕਸ਼ਨ ਮਸ਼ੀਨਰੀ ਦੀ ਗੱਲ ਕੀਤੀ ਗਈ ਹੈ, ਇੱਥੇ ਤੱਕ ਕਿ ਐਲੋਕੇਸ਼ਨ ਆਫ ਸੀਟਸ ਦੀ ਗੱਲ ਕੀਤੀ ਗਈ ਹੈ। ਜੋ ਕੁਆਲੀਫਿਕੇਸ਼ਨ ਡਿਸਕੁਆਲੀਫਿਕੇਸ਼ਨਸ ਕਰਪਟ ਪ੍ਰੈਕਟਿਸਿਸ ਇਲੈਕਟੋਰਲ ਆਫੈਂਸਸ ਹੈ ਇਹ 1951 ਦੇ ਐਕਟ ਨਾਲ ਡੀਲ ਕਰਦੇ ਹਨ ਜੋ ਜ਼ਿਆਦਾ ਡਾਇਨਾਮਿਕ ਹੈ। ਤਾਂ ਪਹਿਲੀ ਚੀਜ਼ ਕੀ ਯਾਦ ਰੱਖਣੀ ਸਟਾਰ ਕੰਪੇਨਰ ਦੀ ਲਿਸਟ ਨੂੰ ਜਿਹੜਾ ਪ੍ਰੋਵਾਈਡ ਕਰਨ ਦਾ ਪ੍ਰੋਵੀਜ਼ਨ ਦਿੱਤਾ ਹੈ that is under section 77 ਸੈਕਸ਼ਨ ਭਾਵੇਂ ਨਾ ਯਾਦ ਰੱਖਿਓ just for reference section 77 of RPA 1951 ਤਾਂ ਪਹਿਲੀ ਸਟੇਟਮੈਂਟ ਇਜ਼ ਰੋਂਗ। ਹੁਣ ਦੂਜੀ ਸਟੇਟਮੈਂਟ ਇਹ ਤਾਂ ਜੇ ਤੁਸੀਂ ਇਲੈਕਸ਼ਨ ਦੇ ਦੌਰਾਨ ਨਿਊਜ਼ਪੇਪਰ ਪੜ੍ਹਦੇ ਹੋ ਤਾਂ ਬਹੁਤ ਈਜ਼ੀਲੀ ਸੋਲਵ ਹੋ ਜਾਊਗੀ ਔਰ ਪਤਾ ਲੱਗੂਗਾ ਇੱਕ ਗਲਤ ਸਟੇਟਮੈਂਟ ਕਿਉਂਕਿ ਜਿਹੜੇ ਸਟਾਰ ਕੰਪੇਨਰ ਦੇ ਨੇ ਜਿਵੇਂ ਜਨਰਲ ਰੂਲ ਇਹ ਕਹਿੰਦਾ ਕਿ ਰਿਕਗਨਾਈਜ਼ ਪੋਲੀਟੀਕਲ ਪਾਰਟੀ ਜਿਹੜੀ ਨੈਸ਼ਨਲ ਪੋਲੀਟੀਕਲ ਪਾਰਟੀ ਹੈ ਸਟੇਟ ਪੋਲੀਟੀਕਲ ਪਾਰਟੀ ਹੈ ਇਹ ਰਿਸਪੈਕਟਿਵਲੀ 40 ਤੇ 20 ਨੈਸ਼ਨਲ ਪੋਲੀਟੀਕਲ ਪਾਰਟੀ 40 ਤੇ ਸਟੇਟ ਪੋਲੀਟੀਕਲ ਪਾਰਟੀ ਜਾਂ ਫਿਰ ਆਪਾਂ ਕਹੀਏ ਸੌਰੀ ਨਾਟ ਸਟੇਟ ਰਿਕਗਨਾਈਜ਼ ਪੋਲੀਟੀਕਲ ਪਾਰਟੀ ਮਤਲਬ ਨੈਸ਼ਨਲ ਤੇ ਸਟੇਟ ਪੋਲੀਟੀਕਲ ਪਾਰਟੀ ਇਹ 40 ਸਟਾਰ ਕੈਂਪੇਨਰ ਦੀ ਲਿਸਟ ਦੇ ਸਕਦੇ ਨੇ ਤੇ ਜਿਹੜੀ ਨਾਨ ਰਿਕਗਨਾਈਜ਼ਡ ਰਜਿਸਟਰਡ ਪਾਰਟੀ ਹੈ ਉਹ 20 ਸਟਾਰ ਕੈਂਪੇਨਰ ਦੀ ਲਿਸਟ ਦੇ ਸਕਦੀ ਹੈ। ਤੇ ਫਿਰ ਕੀ ਸਟਾਰ ਕੰਪੇਨਰ ਦਾ ਜਿਹੜਾ ਵੀ ਖਰਚਾ ਹੈ ਕਿ ਉਹਨਾਂ ਦਾ ਸਾਰਾ ਖਰਚਾ ਮੰਨ ਲਓ ਉਹਦਾ ਟਰੈਵਲਿੰਗ ਹੈ ਉਹਨਾਂ ਦਾ ਔਰ ਕੋਈ ਐਕਸਪੈਂਸ ਹੈ ਉਹਨਾਂ ਦੇ ਨਾਂ ਤੇ ਪੋਸਟਰ ਛਾਪੇ ਗਏ ਨੇ ਤਾਂ ਕੀ ਉਹ ਕੈਂਡੀਡੇਟ ਦੇ ਪੋਲ ਐਕਸਪੈਂਡੀਚਰ ਐਡ ਹੁੰਦਾ। ਜਿਵੇਂ ਆਪਾਂ ਦੇਖਦੇ ਹਾਂ ਕਿ ਜਦੋਂ ਇਲੈਕਸ਼ਨ ਹੋਊਗਾ ਤਾਂ ਐਮਐਲਏ ਤੇ ਐਮਪੀ ਦੇ ਉੱਤੇ ਉਹਦੇ ਕਿਸੇ ਵੀ ਕੈਂਡੀਡੇਟ ਦੇ ਉੱਤੇ ਉਹਦੇ ਇਲੈਕਸ਼ਨ ਦੇ ਵਿੱਚ ਖਰਚਾ ਕਰਨ ਦੀ ਇੱਕ ਸੈੱਟ ਲਿਮਿਟ ਹੈ ਐਮਪੀ 95 ਲੱਖ ਉਸ ਤੋਂ ਵੱਧ ਉਹ ਖਰਚਾ ਨਹੀਂ ਕਰ ਸਕਦਾ ਔਰ ਇਹ ਸਾਰਾ ਖਰਚਾ ਇਲੈਕਸ਼ਨ ਕੰਪਲੀਟ ਹੋ ਜਾਣ ਤੇ ਈਸੀਆਈ ਕੋਲ ਜਮ੍ਹਾਂ ਕਰਾਉਣਾ ਪੈਂਦਾ। ਜੇ ਈਸੀਆਈ ਨੂੰ ਪਤਾ ਲੱਗੇ ਕਿ ਲਿਮਿਟ ਵਾਇਲੇਟ ਹੋਈ ਹੈ ਬ੍ਰੀਚ ਹੋਈ ਹੈ ਤਾਂ ਫਿਰ ਕੈਂਡੀਡੇਟ ਨੂੰ ਡਿਸਕੁਆਲੀਫਾਈ ਵੀ ਕੀਤਾ ਜਾ ਸਕਦਾ ਭਾਵੇਂ ਉਹ ਇਲੈਕਟਡ ਕਿਉਂ ਨਾ। ਤਾਂ ਕਿ ਇਹ ਸਟਾਰ ਕੈਂਪੇਨਰ ਦਾ ਖਰਚਾ ਵੀ ਐਡ ਹੁੰਦਾ। ਯਾਦ ਰੱਖਣਾ ਸਟਾਰ ਕੈਂਪੇਨਰ ਦੀ ਗੇਮ ਹੀ ਹੈ ਇੱਕ ਤਾਂ ਇਹਨਾਂ ਦੀ ਪਪੂਲੈਰਿਟੀ ਜ਼ਿਆਦਾ ਹੁੰਦੀ ਹੈ ਤਾਂ ਜ਼ਿਆਦਾ ਇੰਪੈਕਟ ਮੰਨਿਆ ਜਾਂਦਾ ਵੋਟਰਸ ਤੇ ਕਿ ਇਹਨਾਂ ਦੀ ਅਪੀਲ ਤੇ ਲੋਕੀ ਵੋਟ ਪਾਉਣ ਆਉਣਗੇ ਜਾਂ ਘੱਟੋ ਘੱਟ ਰੈਲੀ 'ਚ ਭੀੜ ਤਾਂ ਇਕੱਠੀ ਹੋਊਗੀ ਤੇ ਦੂਜਾ ਇਹਨਾਂ ਦਾ ਉੱਤੇ ਜਿਹੜਾ ਖਰਚਾ ਹੋ ਰਿਹਾ ਹੈ ਉਹ ਕੈਂਡੀਡੇਟ ਦੇ ਇਲੈਕਟੋਰਲ ਐਕਸਪੈਂਸ ਦੇ ਵਿੱਚ ਸ਼ਾਮਿਲ ਨਹੀਂ ਕੀਤਾ ਜਾਂਦਾ ਸਗੋਂ ਗਲਤ ਲਿਖਿਆ ਗਿਆ ਉਲਟਾ ਲਿਖਿਆ ਗਿਆ ਤਾਂ ਕਰਕੇ ਸਟੇਟਮੈਂਟ ਗਲਤ ਹੈ। Then section 12 of RPA 1951 specifically section ही पूछ रहा है हमें
gives explicit powers to the Election Commission of India to deregister political parties। याद रखना ਡੀਰਜਿਸਟ੍ਰੇਸ਼ਨ ਮੁੱਦਾ ਬਹੁਤ ਜ਼ਿਆਦਾ ਕਰੰਟ ਅਫੇਅਰ ਦੇ ਵਿੱਚ ਰਹਿੰਦਾ ਹੈ ਤੇ ਆਪਾਂ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਦੀ ਕਮਜ਼ੋਰੀ ਇਹੀ ਤਾਂ ਗਿਣਾਉਣੇ ਹੈ ਕਿ ਇਹਨਾਂ ਕੋਲ ਸਪੈਸੀਫਿਕਲੀ ਕੋਈ ਪਾਵਰ ਨਹੀਂ ਹੈਗੀ ਟੂ ਡੀਰਜਿਸਟਰ ਦ ਪੋਲੀਟੀਕਲ ਪਾਰਟੀ ਅਨਲੈਸ ਐਕਸਟ੍ਰੀਮ ਕੇसेस ਨੇ ਕਿ ਮੰਨ ਲਓ ਕਿਸੇ ਨੇ ਪੋਲੀਟੀਕਲ ਪਾਰਟੀ ਨੇ ਆਪ ਦੀ ਰਜਿਸਟ੍ਰੇਸ਼ਨ ਕਰਾਈ ਹੈ ਬਿਲਕੁਲ ਕਿ ਫਰਾਡ ਦੇ ਉੱਤੇ ਕਰਾ ਲਈ ਜਾਲੀ ਐਫੀਡੇਵਿਟ ਫਾਈਲ ਕਰਤੇ ਤਾਂ ਅਟ ਗੱਲ ਹੋਗੀ ਫੋਰਜ ਡਾਕੂਮੈਂਟ ਦੇ ਆਧਾਰ ਤੇ ਹੋਗੀ ਤਾਂ ਅਦਰਵਾਈਜ਼ ਨਹੀਂ ਐਦਾਂ ਕੁਝ ਦਿੱਤਾ ਜਾ ਰਿਹਾ ਖਾਸ ਕਰ ਜਦੋਂ ਸੈਕਸ਼ਨ 12 ਦੀ ਆਪਾਂ ਇੱਥੇ ਗੱਲ ਕਰ ਰਹੇ ਹਾਂ ਰਿਪਰੈਜ਼ੈਂਟੇਸ਼ਨ ਆਫ ਪੀਪਲਸ ਐਕਟ 1951 ਦੀ ਤਾਂ ਇਹਦੇ ਵਿੱਚ ਤਾਂ ਸਗੋਂ ਜਿਹੜਾ ਰਾਜ ਸਭਾ ਦੀ ਇਲੈਕਸ਼ਨ ਹੁੰਦੀ ਹੈ ਹਰ 2 ਸਾਲ ਤੇ ਆਈ ਬਲੀਵ ਯੂ ਨੋ ਹਰ 2 ਸਾਲ ਤੇ ਰਾਜ ਸਭਾ ਦੇ 1/3 ਮੈਂਬਰ ਰਿਟਾਇਰ ਹੋ ਜਾਂਦੇ ਨੇ ਉਹਨਾਂ ਦੀ ਥਾਂ ਨਵੇਂ ਚੁਣੇ ਜਾਂਦੇ ਨੇ ਤਾਂ ਸੈਕਸ਼ਨ 12 ਆਫ ਆਰਪੀ 1951 ਉਸ ਇਲੈਕਸ਼ਨ ਨਾਲ ਸੰਬੰਧਿਤ प्रोविजन है ना के डीरजिस्ट्रेशन ऑफ पॉलिटिकल पार्टीज सो तीसरी स्टेटमेंट भी गलत है hence 1 2 3 is the answer now traditionally ਸਾਡੇ ਸਿਲੇਬਸ ਦੇ ਵਿੱਚ ਐਸ ਸਚ ਆਰਪੀਏ ਨਹੀਂ ਹੈ ਬਟ ਇਹ ਜ਼ਿਆਦਾਤਰ ਨਿਊਜ਼ਪੇਪਰ ਬੇਸਡ ਆਰਟੀਕਲ ਜਾਂ ਨਿਊਜ਼ਪੇਪਰ ਦੇ ਵਿੱਚ ਜਿਹੜੇ ਆਰਟੀਕਲ ਆ ਰਹੇ ਨੇ ਉਹਨਾਂ ਤੇ ਬੇਸਡ ਕਰੰਟ ਅਫੇਅਰ ਬੇਸਡ ਕੁਐਸਚਨ then we coming to next okay ਪਹਿਲੇ ਦੇ ਵਿੱਚ 1 2 3 ਸਾਰੇ ਗਲਤ ਸਟੇਟਮੈਂਟ then comes traditionally the constitutional provisions ਔਰ ਖਾਸ ਕਰ 2024 ਦੇ ਵਿੱਚ ਹੋਏ ਜਿਹੜਾ ਐਗਜ਼ਾਮ ਹੈ ਇਹਦੇ ਵਿੱਚ ਕਈ ਕੁਐਸਚਨਸ ਦੇ ਵਿੱਚ ਜੋ ਸਟੇਟਮੈਂਟਸ ਦਿੱਤੀ ਗਈ ਆਪਸ਼ਨਸ ਦਿੱਤੀ ਇਹ ਬੜੀ ਇੰਟਰਸਟਿੰਗ ਹੈ ਜਿਵੇਂ ਆ ਕੁਐਸਚਨ ਲਿਖਿਏ ਤਾਂ ਠੀਕ ਹੈ ਕੰਸੀਡਰ ਦ ਫੋਲੋਇੰਗ ਸਟੇਟਮੈਂਟ ਤੇ ਪੁੱਛ ਰਿਹਾ ਚੂਜ਼ ਦ ਕਰੈਕਟ ਆਪਸ਼ਨ ਰਿਗਾਰਡਿੰਗ ਦ ਟਰੂਥ ਔਰ ਫਾਲਸਿਟੀ ਆਫ ਸਟੇਟਮੈਂਟ ਰਿਸਪੈਕਟਿਵਲੀ ਤਾਂ ਸਿੱਧਾ ਇਹ ਨਹੀਂ ਪੁੱਛਿਆ ਵੀ ਇਹਨਾਂ ਤਿੰਨਾਂ ਦੇ ਵਿੱਚੋਂ ਦੱਸ ਦਿਓ ਕਿਹੜਾ ਗੱਲ ਸਹੀ ਹੈ 1 2 3 ਕਰਕੇ ਨਹੀਂ ਪਾਇਆ ਐਵੇਂ ਕੰਫਿਊਜ਼ ਕਰਨ ਨੂੰ ਥੋੜਾ ਜਿਹਾ ਕਿ ਸਰਪ੍ਰਾਈਜ਼ ਮਿਲੇ ਸਟੇਟਮੈਂਟ 1 2 3 ਤੇ ਫਿਰ ਚਾਰ ਆਪਸ਼ਨਾਂ ਬਣਾਉਂਦੀ ਫਾਲਸ ਕਿਹੜਾ ਟਰੂ ਕਿਹੜਾ ਫਾਲਸ ਕਿਹੜਾ ਤਾਂ ਸਹੀ ਕੰਬੀਨੇਸ਼ਨ ਚੂਜ਼ ਕਰਨਾ ਜਿਹੜੇ ਤਿੰਨੇ ਖਾਨੇ ਰਾਈਟ ਟਿਕ ਹੁੰਦੇ ਹੋ ਚਲੋ ਦੇਖ ਲੈਂਦੇ ਹਾਂ The term untouchability is explicitly defined under Article 18 of the Constitution of India ਜੇ ਤੁਸੀਂ ਫੰਡਾਮੈਂਟਲ ਰਾਈਟ ਚੰਗੀ ਤਰ੍ਹਾਂ ਪੜ੍ਹੇ ਨੇ ਤਾਂ ਫਿਰ ਪਹਿਲੀ ਸਟੇਟਮੈਂਟ ਬਹੁਤ ਈਜ਼ੀਲੀ ਤੁਸੀਂ ਕਹੋਗੇ ਬਿਲਕੁਲ ਗਲਤ ਹੈ ਦੋ ਗਲਤੀਆਂ ਨੇ ਇਹਦੇ ਵਿੱਚ ਤੇ ਯਾਦ ਕਰਨਾ ਪਹਿਲੀ ਗੱਲ ਆਰਟੀਕਲ 18 ਟਾਈਟਲਸ ਨਾਲ ਡੀਲ ਕਰਦਾਗਾ ਅਬੋਲਿਸ਼ਨ ਆਫ ਟਾਈਟਲਸ ਕਿ ਸਟੇਟ ਕੋਈ ਟਾਈਟਲ ਨਹੀਂ ਦਊਗੀ ਐਕਸੈਪਟ ਮਿਲਟਰੀ ਐਂਡ ਅਕੈਡਮਿਕ ਇਹ ਅਨਟਚੇਬਿਲਿਟੀ ਨਾਲ ਡੀਲ ਹੀ ਨਹੀਂ ਕਰ ਰਿਹਾ ਦੂਜਾ ਜੇ ਆਪਾਂ ਆਰਟੀਕਲ 17 ਪੜ੍ਹੀਏ ਜਿਹਦੇ ਵਿੱਚ ਅਨਟਚੇਬਿਲਿਟੀ ਨੂੰ ਪ੍ਰੋਹਿਬਿਟ ਕੀਤਾ ਗਿਆ ਅਬੋਲਿਸ਼ ਕੀਤਾ ਗਿਆ ਪਨਿਸ਼ੇਬਲ ਆਫੈਂਸ ਰੱਖਿਆ ਗਿਆ ਉੱਥੇ ਵੀ ਅਨਟਚੇਬਿਲਿਟੀ ਡਿਫਾਈਨ ਨਹੀਂ ਕੀਤੀ ਗਈ ਸੋ ਇਟ ਇਜ਼ ਨਾਟ ਬੀਨ ਡਿਫਾਈਨਡ ਸੋ ਯਾਦ ਰੱਖਣਾ ਅਨਟਚੇਬਿਲਿਟੀ ਕਨਸਟੀਟਿਊਸ਼ਨ ਦੇ ਵਿੱਚ ਡਿਫਾਈਨ ਨਹੀਂ ਹੈ ਇਹ ਬੇਸਿਕਲੀ ਹਿਸਟੋਰੀਕਲ ਪ੍ਰੈਕਟਿਸਿਸ ਤੇ ਬੇਸਡ ਇੱਕ ਐਕਟੀਵਿਟੀ ਹੈ ਇੱਕ ਪ੍ਰੈਕਟਿਸ ਹੈ ਤਾਂ ਪਹਿਲੀ ਸਟੇਟਮੈਂਟ ਗਲਤ ਹੈ ਦੈਨ ਸੋ ਪਹਿਲੀ ਦੇ ਅੱਗੇ ਇੱਥੇ ਜਦੋਂ ਵੀ ਟਰੂ ਫਾਲਸ ਕਰਨਾ ਹੋਵੇ ਤਾਂ ਇੱਥੇ ਆਪਾਂ ਪਹਿਲੇ ਲਿਖ ਲੈਣਾ ਜਿਹੜੀ ਸ਼ਬਦਾਵਲੀ ਇੱਥੇ ਵਰਤੀ ਗਈ ਹੈ ਰੋਂਗ ਜਾਂ ਫਾਲਸ ਕਿ ਬਈ ਚਲੋ ਠੀਕ ਹੈ ਇਹ ਫਾਲਸ ਸੈਕੰਡ ਅਕੋਰਡਿੰਗ ਟੂ ਦ ਸੁਪਰੀਮ ਕੋਰਟ ਫ੍ਰੀडम ਆਫ ਪ੍ਰੈਸ is an integral part of Article 19 of the Indian Constitution ਹੁਣ ਇਹਦੇ ਚ ਨਹੀਂ ਕਹਿ ਰਿਹਾ ਕਿ ਆਰਟੀਕਲ 19 ਦੇ ਵਿੱਚ ਐਕਸਪਲਿਸਿਟਲੀ ਫ੍ਰੀडम ਆਫ ਪ੍ਰੈਸ ਲਿਖਿਆ ਗਿਆ ਹੈ ਉਹ ਆਪਾਂ ਨੂੰ ਪਤਾ ਨਹੀਂ ਲਿਖਿਆ ਗਿਆ ਬਟ ਕੀ ਸੁਪਰੀਮ ਕੋਰਟ ਨੇ ਵੱਖੋ ਵੱਖ ਕੇਸਾਂ ਦੇ ਵਿੱਚ ਇਹ ਕਿਹਾ ਹੈ ਕਿ ਫ੍ਰੀडम ਆਫ ਪ੍ਰੈਸ is an integral part of Article 19(1)(a). तो याद रखना मीडिया draws its power from Article 19(1)(a। सुप्रीम कोर्ट ने बहुत सारे केसेस ਦੇ ਵਿੱਚ ਇਹ ਕਿਹਾ ਹੈ ਲੈਂਡਮਾਰਕ ਕੇਸ ਹੈ ਰੋਮੇਸ਼ ਥਾਪਰ वर्सेस स्टेट ऑफ मद्रास 1950 1950 ਦਾ ਕੇਸ तो second statement is true then we come to according to the Supreme Court the right to sleep is an इंटीग्रल पार्ट ऑफ आर्टिकल 21 ऑफ द कॉन्स्टिट्यूशन यार ये बड़ी इंटरेस्टिंग सी मतलब है ना आप जनरली देखिए तो सुप्रीम कोर्ट ऐसा क्यों कहोगे राइट टू स्लीप भी तो आर्टिकल 21 राइट टू लाइफ एंड पर्सनल लिबर्टी ਦਾ ਇੱਕ ਇੰਟੀਗਰਲ ਪਾਰਟ ਹੈ ਸੋ ਇੱਥੇ ਯਾਦ ਰੱਖਣਾ ਹੈ ਇਹ ਬਾਬਾ ਰਾਮਦੇਵ ਜੀ ਦੇ ਕੇਸ ਨਾਮ ਨਾਲ ਫੇਮਸ ਹੈ ਵੈਸੇ ਕੇਸ ਦੀ ਸਾਈਟੇਸ਼ਨ ਰਾਮਲੀਲਾ ਮੈਦਾਨ ਕਰਕੇ ਆ ਸੋ ਇੱਥੇ ਇੱਕ ਪੀਸਫੁਲ ਪ੍ਰੋਟੈਸਟ ਤੇ ਦਿੱਲੀ ਪੁਲਿਸ ਨੇ ਮਿਡਨਾਈਟ ਕ੍ਰੈਕ ਕੀਤਾ ਸੀਗਾ ਫਿਰ ਉਹਨੂੰ ਫ੍ਰੀडम ਆਫ ਸਪੀਚ ਐਂਡ ਐਕਸਪ੍ਰੈਸ਼ਨ ਰਾਈਟ ਟੂ ਲਾਈਫ ਦਾ ਜੋ ਹੈ ਵਾਇਲੇਸ਼ਨ ਦੇ ਆਧਾਰ ਤੇ ਚੈਲੰਜ ਕੀਤਾ ਗਿਆ ਤਾਂ ਇਹਦੇ ਚ ਪੁਲਿਸ ਦਾ ਐਕਸ਼ਨ ਤਾਂ ਜਸਟੀਫਾਈ ਕੀਤਾ ਗਿਆ ਸਿਕਿਉਰਿਟੀ ਗਰਾਊਂਡਸ ਤੇ ਕਿਉਂਕਿ ਰੀਜ਼ਨੇਬਲ ਰੈਸਟ੍ਰਿਕਸ਼ਨ ਵੀ ਹੈ ਆਰਟੀਕਲ 19 ਤੇ 21 ਤੇ ਬਟ ਇਹਦੇ ਸੁਪਰੀਮ ਕੋਰਟ ਨੇ ਹੋਲਡ ਕੀਤਾ ਸੀ ਓਕੇ ਰਾਈਟ ਟੂ ਹੈਵ ਅ ਸਾਊਂਡ ਸਲੀਪ ਚੰਗੀ ਨੀਂਦ ਲੈਣਾ ਵੀ ਸਾਡਾ ਆਰਟੀਕਲ 21 ਦਾ ਇੱਕ ਪਾਰਟ ਹੈ ਲੇਕਿਨ ਕਿਉਂਕਿ ਫੰਡਾਮੈਂਟਲ ਰਾਈਟ ਐਬਸੋਲੂਟ ਨਹੀਂ ਹੈ ਤਾਂ ਇਦਾਂ ਤੇ ਰੀਜ਼ਨੇਬਲ ਰੈਸਟ੍ਰਿਕਸ਼ਨ ਤਾਂ ਲੱਗ ਸਕਦੀ ਹੈ ਹੁਣ ਕੱਲ ਨੂੰ ਕੋਈ ਜਾ ਕੇ ਮਟਕਾ ਚੌਕ ਤੇ ਮੰਜਾ ਡਾ ਕੇ ਦਿਨੇ ਕਵੇ ਕਿ ਮੈਂ ਤਾਂ ਇੱਥੇ ਹੀ ਸੋਣਾ ਤੇ ਮੇਰਾ ਫੰਡਾਮੈਂਟਲ ਰਾਈਟ ਉੱਥੇ ਸੌਂ ਤਾਂ ਨਹੀਂ ਸਕਦੇ ਨਾ
So basically it's not absolute, reasonable restrictions लाई जा सकती हैं. So third कि सुप्रीम कोर्ट ने राइट टू स्लीप ਨੂੰ 21 ਦਾ ਪਾਰਟ ਮੰਨਿਆ, ਇਟਸ ਟਰੂ. ਹੁਣ ਆਪਾਂ ਇੱਥੇ ਈਜ਼ੀਲੀ ਮੈਚ ਕਰ ਲਾਂਗੇ. FTT ਸਾਡਾ ਆਨਸਰ ਹੈ. ਦੇਖ ਲਓ ਫਾਲਸ ਟਰੂ ਟਰੂ ਕਿੱਥੇ ਹੈ. ਡੀ ਆਪਸ਼ਨ ਦੇ ਵਿੱਚ ਆਪਾਂ ਨੂੰ ਮਿਲ ਜੂਗਾ. ਨੈਕਸਟ ਇਜ਼ which of the following pairs is correctly matched? Purely factual, back to basics. 2014-15 ਸਟਾਈਲ. ਬਸ ਕੀ ਹੈ ਕਿ ਅੱਡ-ਅੱਡ ਕਨਸਟੀਟਿਊਸ਼ਨ ਤੇ ਉਹਨਾਂ ਦੀ ਕੁਝ ਚੀਜ਼ਾਂ ਲਿਖੀਆਂ ਗਈਆਂ ਨੇ. ਜੇ ਤੁਸੀਂ ਉਹ ਵਾਲਾ ਕੁਐਸਚਨ ਕੀਤਾ ਕਿ ਕਿਹੜੇ ਮੁਲਕ ਤੋਂ ਇੰਸਪਾਇਰ ਹੋ ਕੇ ਆਪਾਂ ਕਿਹੜੀ ਚੀਜ਼ ਲਈ ਹੈ, ਮਤਲਬ ਇਹ ਸਾਰੇ ਕਨਸਟੀਟਿਊਸ਼ਨ ਪੜ੍ਹਨ ਦੀ ਲੋੜ ਨਹੀਂ, ਸਿਰਫ ਉਹਦੇ ਆਧਾਰ ਤੇ ਵੀ ਇਹਦਾ ਆਨਸਰ ਹੋ ਸਕਦਾ. ਕਮਿੰਗ ਟੂ ਦ ਆਪਸ਼ਨਸ, USA ਡਬਲ ਸਿਟੀਜ਼ਨਸ਼ਿਪ. ਆਈ ਬਿਲੀਵ ਯੂ ਨੋ ਕਿ USA ਦੇ ਵਿੱਚ ਡਿਊਅਲ ਸਿਟੀਜ਼ਨਸ਼ਿਪ ਹੈ, ਬਟ ਹਾਂ ਇਹਦੇ ਵਿੱਚ ਸਵਾਲ ਇਹ ਨਹੀਂ ਪੁੱਛਿਆ ਗਿਆ ਕਿ ਇੰਡੀਆ ਨੇ ਕਿਸ ਤੋਂ ਕੀ ਲਿਆ. ਜਿਵੇਂ ਆਪਾਂ ਭਾਵੇਂ US ਡਿਊਅਲ ਸਿਟੀਜ਼ਨਸ਼ਿਪ ਹੈ, US ਦੇ ਵਿੱਚ ਜਿਹੜਾ ਸਿਟੀਜ਼ਨ ਹੁੰਦਾ ਹੈ ਉਹ US ਦਾ ਐਜ਼ ਅ ਕੰਟਰੀ ਸਿਟੀਜ਼ਨ ਤਾਂ ਹੈਗਾ ਹੀ ਹੈ, ਜਿਹੜੀ ਸਟੇਟ ਦੇ ਵਿੱਚ ਰਹਿ ਰਿਹਾ ਹੈ ਉਸ ਸਟੇਟ ਦਾ ਵੀ ਸਿਟੀਜ਼ਨ ਹੁੰਦਾ ਹੈ. ਬਟ ਆਪਾਂ ਡਿਊਅਲ ਸਿਟੀਜ਼ਨਸ਼ਿਪ USA ਤੋਂ ਨਹੀਂ ਲਈ, ਸਗੋਂ UK ਤੋਂ ਆਪਾਂ ਸਿੰਗਲ ਸਿਟੀਜ਼ਨਸ਼ਿਪ ਲਈ ਹੈ. ਸੋ option A is correct कि हाँ A correctly match हो रहा है. Then UK well codified written constitution. Now I believe you know that UK is the glaring example of unwritten constitution which is not codified. So A option wrong है. Then Australia to आपा लिया unitary form of government, blatantly wrong. Australia is also as a federal state. Rather Australia to आपा cooperative federalism लिया ਕਿ ਫੈਡਰਲਿਜ਼ਮ ਜਿਹੜਾ ਹੁੰਦਾ ਹੈ ਕਿ ਦੋ ਸਤਰ ਤੇ ਸਰਕਾਰ ਹੋਊਗੀ, ਸੈਂਟਰ ਤੇ ਸਟੇਟ ਦੇ ਵਿੱਚ, ਤੇ ਡਿਵੀਜ਼ਨ ਆਫ ਪਾਵਰ ਹੋਊਗਾ. ਸੋ ਆਪਾਂ ਇਹ ਸਿਸਟਮ ਬੇਸਿਕਲੀ ਫੈਡਰਲਿਜ਼ਮ ਭਾਵੇਂ ਆਪਾਂ ਲਿਆ GOI 1935 ਤੋਂ, ਬਟ ਕੋਆਪਰੇਟਿਵ ਫੈਡਰਲਿਜ਼ਮ ਕਿ ਇਹ ਯੂਨਿਟਸ ਆਪਸ ਦੇ ਵਿੱਚ ਕੋਆਪਰੇਟ ਕਰਨਗੇ, ਸਟੇਟਸ ਆਪਸ ਦੇ ਵਿੱਚ ਤੇ ਸੈਂਟਰ ਸਟੇਟ ਆਪਸ ਦੇ ਵਿੱਚ ਇੱਕ ਦੂਜੇ ਨੂੰ ਜੋ ਹੈ ਕੰਪਲੀਮੈਂਟ ਕਰਨਗੇ, ਕੋਆਪਰੇਟ ਕਰਨਗੇ. ਕੋਆਪਰੇਟਿਵ ਫੈਡਰਲਿਜ਼ਮ ਆਪਾਂ ਆਸਟ੍ਰੇਲੀਆ ਤੋਂ ਲਿਆਗਾ. ਦੈਨ ਥਰਡ, ਸਵਿਟਜ਼ਰਲੈਂਡ यूनिकैमरल इनडायरेक्ट डेमोक्रेसी. Again, Switzerland is a glaring example of direct democracy. ਦੁਨੀਆ ਭਰ ਦੇ ਵਿੱਚ ਜਿੱਥੇ ਲਿਮਿਟਿਡ ਸੈਂਸ ਦੇ ਵਿੱਚ ਡਾਇਰੈਕਟ ਡੈਮੋਕ੍ਰੇਸੀ ਬਚੀ ਹੈ, ਜਿੱਥੇ ਡਾਇਰੈਕਟ ਡੈਮੋਕ੍ਰੇਸੀ ਦੇ ਟੂਲਸ ਜਿਵੇਂ ਰਾਈਟ ਟੂ ਰੀਕਾਲ, ਰੈਫਰੈਂਡਮ ਵਰਗੀ ਚੀਜ਼ਾਂ ਰੱਖੀਆਂ ਗਈਆਂ ਨੇ, ਉਹ ਹੈ ਸਵਿਸ ਕਨਫੈਡਰੇਸੀ ਮਾਡਲ ਦੇ ਵਿੱਚ. ਸੋ ਯੂਨੀਕੈਮਰਲ ਜਾਂ ਇਨਡਾਇਰੈਕਟ ਡੈਮੋਕ੍ਰੇਸੀ ਨਹੀਂ, ਸਗੋਂ ਡਾਇਰੈਕਟ ਡੈਮੋਕ੍ਰੇਸੀ ਦੇ ਤੌਰ ਤੇ ਸਵਿਟਜ਼ਰਲੈਂਡ ਜਾਣਿਆ ਜਾਂਦਾ ਹੈ. ਸੋ ਹੇਅਰ ਆਨਸਰ ਇਜ਼ ਓਨਲੀ A, USA dual citizenship is correct. Next is, with respect to schedules of the Indian Constitution, consider the following statements. ਹੁਣ ਉਹੀ ਕਿ ਪੁੱਛ ਉਹੀ ਪੁਰਾਣੀਆਂ ਚੀਜ਼ਾਂ ਰਹੇ, ਬਟ ਨਵੇਂ ਤਰੀਕੇ ਦੇ ਨਾਲ ਕਿ ਸਟੇਟਮੈਂਟ ਇੰਨੀ ਘੁਮਾ ਦੋ ਕਿ ਜਿਹੜੀ ਚੀਜ਼ ਸਿੱਧੇ ਤੌਰ ਤੇ ਆਉਂਦੀ ਹੈ ਉਹਦੇ ਵਿੱਚ ਵੀ ਐਸਪੀਰੈਂਟ ਕਨਫਿਊਜ਼ ਹੋ ਜਾਵੇ. ਸੋ ਇੱਥੇ ਕਹਿ ਰਹੇ ਨੇ, ਸਟੇਟਮੈਂਟ ਦੇਖੋ ਕਿੰਨੀ ਇੰਟਰਸਟਿੰਗ ਬਣਾਈ ਹੈ. Allocation of seats in Council of State, that is Rajya Sabha, to the states and union territories provided under Schedule P of the Indian Constitution. ਪਹਿਲੀ ਵਾਰੀ ਪੜ੍ਹਨ ਤੇ ਹੀ ਲੱਗਦਾ ਹੈ ਕਿਤੇ ਮਿਸਪ੍ਰਿੰਟ ਤਾਂ ਨਹੀਂ ਹੈਗਾ. ਸ਼ਡਿਊਲ P ਦਾ Constitution ਦੇ ਵਿੱਚ ਹੈ ਹੀ ਨਹੀਂਗਾ. ਇਹ ਕੀ ਹੈ? ਇਹ ਤਾਂ ਬਈ ਸ਼ਡਿਊਲ 4 ਹੈ. ਮੇਰੇ ਖਿਆਲ ਨਾਲ ਜਦੋਂ ਵੀ ਤੁਸੀਂ ਪੋਲਿਟੀ ਪੜ੍ਹਦੇ ਹੋ ਤੁਹਾਨੂੰ ਪਤਾ ਕਿ ਸ਼ਡਿਊਲ 4 ਦੇ ਵਿੱਚ ਐਲੋਕੇਸ਼ਨ ਆਫ ਦ ਸੀਟਸ ਟੂ ਸਟੇਟ ਐਂਡ UT ਹੈ. ਫਿਰ ਦੂਜੀ ਸਟੇਟਮੈਂਟ ਕਹਿ ਰਹੇ ਨੇ, in 1996 the Parliament enacted provision of Panchayats extension to Scheduled Areas Act, that is called PESA Act, to extension of the provision of Part 9 Panchayati di provision ਨੂੰ implement ਕਰਨਾ ਕਿੱਥੇ? To the Constitution, to Schedule Q of the Constitution. ਹੁਣ Schedule Q ਵੀ ਕਿਤੇ ਨਹੀਂ ਲਿਖਿਆ ਹੋਇਆ. ਜਦੋਂ ਆਪਾਂ PESA Act ਦੀ ਇੰਪਲੀਮੈਂਟੇਸ਼ਨ ਦੀ ਗੱਲ ਕਰਦੇ ਹਾਂ, ਉਹ ਕਿੱਥੇ ਹੋਊਗਾ ਸ਼ਡਿਊਲਡ ਏਰੀਆ ਦੇ ਵਿੱਚ, ਉਹ ਤਾਂ ਫਿਰ ਆਪਾਂ Schedule 5 ਗਿਣਦੇ ਹਾਂ. ਤਾਂ ਕੁਝ ਨਹੀਂ ਜੀ ਕਨਫਿਊਜ਼ ਕਰ ਰਹੇ ਨੇ. ਇੱਥੋਂ ਪਤਾ ਲੱਗਦਾ ਹੈ ਕਿ ਜਿਹੜਾ P and Q ਆਪਾਂ ਪੁੱਛ ਲਿਆ ਉੱਥੇ ਸਿੰਬੋਲਿਕਲੀ, ਉਹਨਾਂ ਨੇ ਮੈਥ ਦੇ ਵਿੱਚ ਮੰਨ ਲਓ X ਦੀ ਵੈਲਿਊ ਆ, ਤਾਂ ਫਿਰ P ਤੇ Q ਕਿਹਨੂੰ ਰੈਫਰ ਕਰਨੇ? ਤੀਜੇ ਤੇ ਚੌਥੇ ਸ਼ਡਿਊਲ ਨੂੰ, ਚੌਥੇ ਪੰਜਵੇਂ, ਪੰਜਵੇਂ ਛੇਵੇਂ, ਜਾਂ ਚੌਥੇ ਛੇਵੇਂ ਸ਼ਡਿਊਲ ਨੂੰ. ਆਨਸਰ ਆਪਾਂ ਪਹਿਲਾਂ ਹੀ ਕਰੈਕ ਕਰ ਚੁੱਕੇ, ਚੌਥਾ ਤੇ ਪੰਜਵਾਂ. B ਇਜ਼ ਆਵਰ ਆਨਸਰ. ਇੰਟਰਸਟਿੰਗ 2024 ਦੇ ਪੇਪਰ 'ਚ ਮੈਨੂੰ ਇਹ ਲੱਗਦਾ ਸਭ ਤੋਂ ਕਿ ਕੁਝ ਕੁਐਸਚਨ ਦੇ ਵਿੱਚ ਬੜੇ ਨਵੇਕਲੇ ਤੌਰ ਤੇ ਸਟੇਟਮੈਂਟ ਦੇ ਆਪਸ਼ਨਸ ਦਿੱਤੀਆਂ ਗਈਆਂ ਨੇ. ਅਦਰਵਾਈਜ਼ ਕੁਐਸਚਨ ਹੋਈ ਹੈ, ਇਹ ਕੁਐਸਚਨ ਹਰ ਸਟੇਟ ਦੇ ਵਿੱਚ ਸੈਂਕੜੇ ਵਾਰੀ ਪੁੱਛਿਆ ਜਾ ਚੁੱਕਿਆ ਹੈ. ਮੂਵਿੰਗ ਟੂ, which of the following constitutional amendment is correctly matched? Again, amendment ਤੇ ਕੁਐਸਚਨ ਰਜਿਸਟਰ A2 ਤੇ C ਦੇ ਵਿੱਚ ਲਗਾਤਾਰ ਪੁੱਛਿਆ ਜਾਂਦਾ ਹੈ, ਤੇ ਇਸ ਵਾਰੀ ਤਾਂ ਬਹੁਤ ਹੀ ਪ੍ਰੋਮਿਨੈਂਟ ਅਮੈਂਡਮੈਂਟਸ ਪੁੱਛੀਆਂ ਹੋਈਆਂ ਨੇ. ਜਿਵੇਂ ਪਹਿਲਾ ਹੈ DPSP ਦੇ ਵਿੱਚੋਂ addition of new DPSP
ਆਰਟੀਕਲ 39A 43A 48A ਹੁਣ ਇਹ ਤਾਂ ਪਤਾ ਲੱਗ ਰਿਹਾ ਹਰ ਇੱਕ ਦੇ ਨਾਲ ਇਹ ਜੁੜਿਆ ਹੋਇਆ ਤੇ ਇਹ ਕਦੇ ਨਾ ਕਦੇ ਬਾਅਦ ਦੇ ਵਿੱਚ ਐਡ ਹੋਇਆ ਹੋਊਗਾ ਤੇ 42nd ਅਮੈਂਡਮੈਂਟ ਰਾਹੀਂ ਐਡ ਕੀਤਾ ਗਿਆ। ਜਿਵੇਂ ਕਿ ਜਦੋਂ ਆਪਾਂ ਡੀਪੀਐਸਪੀ ਪੜ੍ਹਦੇ ਹਾਂ ਤਾਂ ਆਪਾਂ 4 ਅਮੈਂਡਮੈਂਟ ਸਪੈਸੀਫਿਕਲੀ ਨੋਟ ਕਰਦੇ ਹਾਂ ਕਿ 42nd 44th ਫਿਰ 86th ਅਮੈਂਡਮੈਂਟ ਤੇ ਉਸ ਤੋਂ ਬਾਅਦ 97th ਅਮੈਂਡਮੈਂਟ 4 ਅਮੈਂਡਮੈਂਟ ਰਾਹੀਂ ਵੱਖੋ-ਵੱਖ ਪ੍ਰੋਵੀਜ਼ਨ ਡੀਪੀਐਸਪੀ ਚ ਐਡ ਹੋਈਆਂ। ਤਾਂ ਉਹ ਇੱਕ ਤੌਰ ਤੇ ਆਪਾਂ ਯਾਦ ਕਰ ਲੈਣੇ ਕਿ ਕਿਹੜੀ-ਕਿਹੜੀ ਨਵੀਂ ਅਮੈਂਡਮੈਂਟ ਰਾਹੀਂ ਕਿਹੜਾ ਐਡ ਹੋਇਆ ਤਾਂ ਕਿ ਇਹ ਤਿੰਨੇ ਚੀਜ਼ਾਂ ਜਿਵੇਂ ਆਰਟੀਕਲ 39A equal justice free legal aid, article 43A participation of worker in management ਤੇ 48A most important protection of environment ਇਹ ਤਿੰਨੇ ਹੀ 42nd amendment ਰਾਹੀਂ ਲਾਗੂ ਹੋਏ ਸੀ ਜਾਂ ਕਹੀਏ constitution ਦੇ ਵਿੱਚ ਐਡ ਹੋਏ ਸੀ। ਸੋ ਪਹਿਲੀ ਸਟੇਟਮੈਂਟ ਕਰੈਕਟ ਆ। Then comes the special status to UT of Delhi and its redesignation as NCT of Delhi, National Capital Territory of Delhi, 79 Constitutional Amendment Act ਤੇ ਸਾਲ ਵੀ ਨਹੀਂ ਪਾਇਆ। ਹੁਣ ਇਹ ਕਨਫਿਊਜ਼ਿੰਗ ਕੀ ਦਿੱਤਾ ਹੋਇਆ ਕਿ ਕਿਤੇ ਨਾ ਕਿਤੇ ਤਾਂ ਕਨਫਿਊਜ਼ ਹੋਗਾ ਐਸਪੀਰੈਂਟ ਬਿਕੋਜ਼ 79 ਨਹੀਂ ਸੀਗੀ 69th Constitutional Amendment in 1991. So second statement is wrong. And then comes reservation of 1/3 seats in the Lok Sabha and state legislative assemblies for women 108th Constitutional Amendment Act ਮੇਰੇ ਖਿਆਲ ਨਾਲ ਜੇ ਤੁਸੀਂ ਕਰੰਟ ਅਫੇਅਰ ਤੋਂ ਵਾਕਿਫ ਹੋ ਤੁਸੀਂ ਇਹ ਸੋਲਵ ਕਰ ਲਓਗੇ 108 ਤਾਂ ਜਨਾਬ ਅਮੈਂਡਮੈਂਟਸ ਕਨਸਟੀਟਿਊਸ਼ਨ ਦੇ ਵਿੱਚ ਹੋਈਆਂ ਹੀ ਨਹੀਂ ਆ ਟਿਲ ਡੇਟ ਇਹ 2024 ਦਾ ਕੁਐਸਚਨ ਆਪਾਂ 2026 ਚ ਖੜੇ ਆ ਤਾਂ 1063 ਕਨਸਟੀਟਿਊਸ਼ਨਲ 106 ਕਨਸਟੀਟਿਊਸ਼ਨਲ ਅਮੈਂਡਮੈਂਟਸ ਹੁਣ ਤੱਕ ਹੋਈਆਂ ਨੇ ਤੇ ਇਹ ਜਿਹੜੀ ਲਾਸਟ ਪੁੱਛ ਲਈ ਹੈ ਇਹ ਪੁੱਛਣੀ 106th ਅਮੈਂਡਮੈਂਟ ਹੈ ਜਿਹਦੇ ਰਾਹੀਂ ਲੋਕ ਸਭਾ ਤੇ ਸਟੇਟ ਲੈਜਿਸਲੇਟਿਵ ਅਸੈਂਬਲੀ ਦੇ ਵਿੱਚ 1/3 ਸੀਟ ਰਿਜ਼ਰਵ ਕੀਤੀਆਂ ਜਾਣਗੀਆਂ ਵਿਮਨ ਦੇ ਲਈ। ਪੰਚਾਇਤੀ ਰਾਜ ਪਹਿਲਾ ਹੈ, ਵਿਧਾਨ ਸਭਾ ਤੇ ਲੋਕ ਸਭਾ ਦੇ ਵਿੱਚ ਹੁਣ ਲਿਆਂਦਾ ਜਾਊਗਾ 106 ਅਮੈਂਡਮੈਂਟ ਹੈ ਜਿਹਦਾ ਨਾਮ ਦਿੱਤਾ ਗਿਆ ਸੀਗਾ ਨਾਰੀ ਸ਼ਕਤੀ ਵੰਦਨ ਅਧਿਨਿਯਮ। ਬਟ ਫਿਰ ਤੁਸੀਂ ਕਹੋਗੇ ਜੀ 2024 ਚ ਰਿਜ਼ਰਵੇਸ਼ਨ ਲਾਗੂ ਕਿਉਂ ਨਹੀਂ? ਆਪਾਂ ਕਲਾਸਿਸ ਦੇ ਵਿੱਚ ਪੜਾਂਗੇ ਕਿ ਐਕਚੁਅਲੀ ਇਸ ਅਮੈਂਡਮੈਂਟ ਰਾਹੀਂ ਸ਼ਰਤ ਇਹ ਵੀ ਸੀਗੀ ਕਿ ਪਹਿਲਾਂ ਸੈਂਸਸ ਹੋਊਗਾ ਫਿਰ ਡੀਲਿਮਿਟੇਸ਼ਨ ਹੋਊਗਾ ਫਿਰ ਇਸ ਚੀਜ਼ ਨੂੰ ਆਪਾਂ ਲਾਗੂ ਕਰਾਂਗੇ 15 ਸਾਲ ਦੇ ਲਈ। ਤਾਂ ਹਜੇ ਸੈਂਸਸ ਚੱਲ ਰਿਹਾ ਹੈ ਫਿਰ ਡੀਲਿਮਿਟੇਸ਼ਨ ਹੋਊਗਾ ਫਿਰ ਆਪਾਂ ਉਮੀਦ ਕਰਦੇ ਹਾਂ ਕਿ ਇਸ ਚੀਜ਼ ਨੂੰ ਲਾਗੂ ਕੀਤਾ ਜਾਊ। ਸੋ third statement is also wrong. Answer is only one. A is our answer. Moving to which of the following statement is incorrect? Incorrect regarding the duration of panchayats according to 73rd Constitutional Amendment. ਹੁਣ ਪੂਰੇ ਪੰਚਾਇਤੀ ਰਾਜ ਤੇ ਨਹੀਂ ਪੁੱਛਿਆ। ਪੰਚਾਇਤੀ ਰਾਜ ਵੀ ਤੁਸੀਂ ਪ੍ਰੀਵੀਅਸ ਈਅਰ ਦੇ ਵਿੱਚ ਦੇਖਿਆ ਜ਼ਿਆਦਾਤਰ ਪੇਪਰ ਦੇ ਵਿੱਚ ਰਿਪੀਟ ਕੀਤਾ ਪੰਚਾਇਤੀ ਰਾਜ ਤੇ ਕੁਐਸਚਨ ਆਉਂਦਾ ਤੁਹਾਡੇ ਸਿਲੇਬਸ ਦੇ ਵਿੱਚ ਸਪੈਸੀਫਿਕਲੀ ਡਿਜ਼ਾਈਨਡ ਹੈ ਪੰਚਾਇਤੀ ਰਾਜ। ਤਾਂ ਪੰਚਾਇਤੀ ਰਾਜ ਦੀ ਡਿਊਰੇਸ਼ਨ ਬਾਰੇ ਦੱਸ ਦੋ। ਇਹ ਸਿੱਧਾ ਐਮਿਨੇਟ ਹੁੰਦਾ ਆਰਟੀਕਲ 243E ਜਿੱਥੇ ਡਿਊਰੇਸ਼ਨ ਦੀ ਸਾਰੀ ਪ੍ਰੋਵੀਜ਼ਨ ਦਿੱਤੀ ਗਈ ਔਰ ਸਾਰੇ ਆਪਸ਼ਨ ਦੇ ਵਿੱਚ ਕੁਝ ਨਹੀਂ ਕੀਤਾ। ਆਰਟੀਕਲ 243E ਦੀ ਹੀ ਪ੍ਰੋਵੀਜ਼ਨਸ ਨੂੰ ਉਹਦੇ ਸਬ ਕਲੌਜ਼ਸ ਨੂੰ ਤੋੜ ਮਰੋੜ ਕੇ ਇੱਥੇ ਲਿਖਿਆ ਗਿਆ ਹੈਗਾ ਕਿਤੇ ਸਹੀ ਕਿਤੇ ਗਲਤ ਤੇ ਪੁੱਛਿਆ ਵੀ ਇਨਕਰੈਕਟ ਦੱਸ ਦੋ। ਇੱਕੋ ਇਨਕਰੈਕਟ ਹੋਊਗਾ ਬਾਕੀ ਕਰੈਕਟ ਹੋਣਗੇ ਦੇਖ ਲੈਂਦੇ ਆ। ਇਨ ਜਨਰਲ the act provides for 5-year term of office to the panchayat at every level मतलब ग्राम पंचायत ब्लॉक समिति जिला परिषद। ਹੁਣ ਆਪਾਂ ਭਾਵੇਂ ਪਿੰਡ ਚ ਰਹਿੰਦੇ ਆਪਾਂ ਸ਼ਹਿਰ ਚ ਰਹਿੰਦੇ ਹਾਂ ਸ਼ਹਿਰ ਚ ਮਿਊਨਿਸਪੈਲਿਟੀ ਹੈ ਬਟ ਆਪਾਂ ਨੂੰ ਪਤਾ ਹਾਂ ਜੀ 5 ਸਾਲ ਦਾ ਹੀ ਤਾਂ ਪੀਰੀਅਡ ਇਨ ਜਨਰਲ ਹੁੰਦਾ। ਓਕੇ ਭਾਵੇਂ ਆਪਾਂ ਪੰਚਾਇਤ ਮਿਊਨਿਸਪੈਲਿਟੀ ਵਿਧਾਨ ਸਭਾ ਲੋਕ ਸਭਾ ਦੀ ਗੱਲ ਕਰ ਲਈਏ 5 ਸਾਲ। then fresh elections to constitute a panchayat shall be completed before the expiry of its duration or in case of dissolution before the expiry of period of 6 months from the date of its dissolution। ਇਹ ਵੀ ਜਨਰਲ ਰੂਲ ਹੈ। ਆਪਾਂ ਭਾਵੇਂ ਲੋਕ ਸਭਾ ਦੇਖ ਲਈਏ ਆਪਾਂ ਵਿਧਾਨ ਸਭਾ ਦੇਖ ਲਈਏ ਪੰਚਾਇਤ ਜਾਂ ਮਿਊਨਿਸਪੈਲਿਟੀ ਦੇਖ ਲਈਏ ਪੰਜਾਬ ਦੇ ਵਿੱਚ ਵਿਧਾਨ ਸਭਾ ਇਲੈਕਸ਼ਨ ਆਉਣ ਵਾਲਾ ਹੁਣੇ ਪਿੱਛੇ ਮਿਊਨਿਸਪਲ ਇਲੈਕਸ਼ਨ ਹੋ ਕੇ ਹਟੇ ਨੇ ਤਾਂ ਇਹਨਾਂ ਬਾਡੀਜ਼ ਦੇ 5 ਸਾਲ ਕੰਪਲੀਟ ਹੋਣ ਤੋਂ ਪਹਿਲਾਂ ਆਪਾਂ ਇਲੈਕਸ਼ਨ ਕਰਾ ਲੈਂਦੇ ਤਾਂ ਜੋ ਜਿਸ ਦਿਨ ਇਹਨਾਂ ਦੇ 5 ਸਾਲ ਕੰਪਲੀਟ ਹੋਣ ਨੈਕਸਟ ਪਰਸਨ ਆਫ ਬਾਡੀ ਤਿਆਰ ਹੋਵੇ ਉਹਦੀ ਜਗ੍ਹਾ ਲੈਣ ਨੂੰ ਚਾਰਜ ਲੈਣ ਲਈ ਬੰਦੇ ਤਿਆਰ। ਤਾਂ ਇਹ ਤਾਂ ਹੈ ਜਨਰਲੀ ਆਪਾਂ ਪਹਿਲਾਂ ਇਲੈਕਸ਼ਨ ਕਰਾ ਲਾਂਗੇ ਲੇਕਿਨ ਕਿਸੇ ਵੀ ਵਜ੍ਹਾ ਕਰਕੇ ਜੇ ਇਲੈਕਸ਼ਨ ਨਹੀਂ ਕਰਾਏ ਗਏ ਤਾਂ ਫਿਰ ਸ਼ਰਤ ਇਹ ਹੈ ਕਿ ਜਦੋਂ ਡਿਸੋਲੂਸ਼ਨ ਹੋਇਆ ਉਹਦੇ 6 ਮਹੀਨਿਆਂ ਦੇ ਵਿੱਚ ਇਲੈਕਸ਼ਨ ਕਰਾਉਣੇ। ਸੋ ਯੈਸ ਇਟ ਇਜ਼ देयर। Third statement, if the remainder period for which the dissolved
panchayat would have continued is less than 6 months. It shall not be necessary to hold any election for constituting new panchayat for such a period. अगली भी पढ़ो. A panchayat reconstituted upon premature dissolution enjoys a fresh full period of 5 years in office. ਹੁਣ स्टेटमेंट ਕੀ ਕਹਿ ਰਹੀ ਹੈ ਕਿ ਭਈ ਜੇ ਪੰਚਾਇਤ ਮੰਨ ਲਓ ਡਿਸੋਲਵ ਹੋ ਗਈ ਆਪਣੇ 5 ਸਾਲ ਕੰਪਲੀਟ ਕਰਨ ਤੋਂ ਪਹਿਲਾਂ, ਇਹਨੂੰ ਸਿੰਪਲੀ ਸਮਝ ਲੈਂਦੇ ਤਾਂ ਪਹਿਲੀ ਗੱਲ ਤਾਂ ਇਹ ਹੈ, ਮੰਨ ਲਓ 2 ਸਾਲ ਬਾਅਦ ਪੰਚਾਇਤ ਡਿਸੋਲਵ, ਤਾਂ ਇੱਥੇ 6 ਮਹੀਨਿਆਂ ਦੇ ਵਿੱਚ ਇਲੈਕਸ਼ਨ ਕਰਾਉਣੇ ਪੈਣੇ, ਯੈਸ ਕਰਾਉਣੇ ਪੈਣੇ, ਕਨਸਟੀਟਿਊਸ਼ਨਲ ਰਿਕੁਆਇਰਮੈਂਟ ਹੈ। ਤਾਂ ਇਹ ਜਿਹੜੀ ਨਿਊਲੀ ਕਨਸਟੀਟਿਊਟਡ ਪੰਚਾਇਤ ਆਈ ਆ ਪ੍ਰੀਮੈਚੁਰ ਡਿਸੋਲੂਸ਼ਨ ਤੋਂ ਬਾਅਦ, ਕੀ ਇਹਨੂੰ ਫੁੱਲ 5 ਈਅਰ ਟਰਮ ਮਿਲੂਗੀ? ਆਨਸਰ ਇਜ਼ ਨੋ। ਇਹਨੂੰ ਮਿਲੇਗਾ ਸਿਰਫ ਰਿਮਾਈਂਡਰ ਆਫ ਦਾ ਪੀਰੀਅਡ ਜੋ ਓਰੀਜਨਲ ਪੰਚਾਇਤ ਦਾ ਸੀਗਾ। ਇਹ ਜਿਹੜੀ ਪੰਚਾਇਤ 2 ਸਾਲਾਂ ਤੇ ਡਿਸੋਲਵ ਹੋ ਗਈ, ਇਹਦਾ ਜਿਹੜਾ 5 ਸਾਲ ਦਾ ਪੀਰੀਅਡ ਸੀ ਹੁਣ 2 ਸਾਲ ਤੇ ਕੱਟ ਗਈ, ਪਿੱਛੇ ਰਹਿੰਦੇ 3 ਸਾਲ, ਮੈਂ ਰਾਉਂਡ ਫਿਗਰ ਚ ਗੱਲ ਕਰ ਰਿਹਾ। ਤਾਂ ਇਹ ਨਿਊਲੀ ਕਨਸਟੀਟਿਊਟਡ ਪੰਚਾਇਤ ਸਿਰਫ ਰਿਮਾਈਂਡਰ ਆਫ ਪੀਰੀਅਡ 3 ਸਾਲ ਨਹੀਂ ਕੰਮ ਕਰੂਗੀ, ਫਿਰ ਡਿਸੋਲਵ ਹੋ ਜੂਗੀ, ਤਾਂ ਜੋ ਸਾਰੇ ਸਟੇਟ ਦੇ ਵਿੱਚ ਸਾਰੀਆਂ ਪੰਚਾਇਤਾਂ ਦੇ ਇਲੈਕਸ਼ਨ ਇੱਕ ਤੈਅ ਵਕਤ ਤੇ ਕਰਾਏ ਜਾਣ। ਇਹ ਨਾ ਹੋਵੇ ਕਿ ਹਟ ਪੰਚਾਇਤ ਦਾ ਸਮਾਂ ਅੱਡ ਹੈ, ਸਾਰਾ 5 ਸਾਲ ਫਿਰ ਤਾਂ ਆਪਾਂ ਇਲੈਕਸ਼ਨ ਹੀ ਕਰਾਉਂਦੇ ਰਹਾਂਗੇ और कुछ नहीं, तो रिमाइंडर पीरियड नहीं होगी। क्लियर? तो मेरा ख्याल है वैसे तो आंसर बन गया कि a panchayat reconstituted upon premature dissolution enjoys a fresh full 5-year term. No, this is wrong, incorrect statement is there. बट ਇਹਦੇ ਚ ਇੱਕ ਆਪਾਂ ਹਲਕੀ ਜਿਹੀ ਕੁੰਡੀ ਔਰ ਸੋਲਵ ਕਰ ਲੈਂਦੇ ਆ। ਕੀ ਆ ਕਿ ਜੀ ਦੇਖੋ, ਇਹੀ ਪ੍ਰੀਮੈਚੁਰ ਡਿਸੋਲੂਸ਼ਨ ਦਾ ਕੇਸ 5 ਸਾਲ ਦਾ ਟਾਈਮ ਮਿਲਿਆ ਸੀਗਾ, ਠੀਕ ਆ, ਲੇਕਿਨ ਹੋਇਆ ਕੀ ਕਿ ਪੰਚਾਇਤ ਪ੍ਰੀਮੈਚੁਰ ਡਿਸੋਲਵ ਹੋਈ 4.5 ਸਾਲ ਬਾਅਦ। ਹੁਣ ਇਹਦੇ ਰਿਮਾਈਂਡਰ ਪੀਰੀਅਡ ਦੇ ਵਿੱਚ ਜੋ ਹੈ 6 ਮਹੀਨੇ ਤੋਂ ਘੱਟ ਦਾ ਸਮਾਂ ਰਹਿ ਗਿਆ, ਤਾਂ ਕਿਉਂਕਿ ਛੇਤੀ ਹੀ ਇਲੈਕਸ਼ਨ ਕਰਾਏ ਜਾਣ ਵਾਲੇ ਨੇ ਸਾਰੇ ਸਟੇਟ ਦੇ ਵਿੱਚ, ਤਾਂ ਫਿਰ ਜੇ 6 ਮਹੀਨੇ ਤੋਂ ਘੱਟ ਦਾ ਸਮਾਂ ਬਚਿਆ ਹੈ ਪ੍ਰੀਮੈਚੁਰ ਡਿਸੋਲੂਸ਼ਨ ਤੋਂ ਬਾਅਦ, ਫਿਰ ਇਲੈਕਸ਼ਨ ਇਮੀਡੀਏਟਲੀ ਕਰਾਉਣ ਦੀ ਲੋੜ ਨਹੀਂ ਹੈ, ਕਿਉਂਕਿ 6 ਮਹੀਨੇ ਤੋਂ ਪਹਿਲਾਂ ਇਲੈਕਸ਼ਨ ਹੋ ਹੀ ਜਾਣੇ, ਇਕੱਠੇ ਆਪਾਂ ਇਲੈਕਸ਼ਨ ਕਰਾ ਦਾਂਗੇ। ਤਾਂ ਸਿਰਫ ਇਹ ਸ਼ਰਤ ਯਾਦ ਰੱਖਣੀ ਹੈ। ਪੂਰਾ ਦਾ ਪੂਰਾ ਆਰਟੀਕਲ 243E ਜੋ ਡਿਊਰੇਸ਼ਨ ਆਫ ਪੰਚਾਇਤ ਦੀ ਗੱਲ ਕਰਦਾ ਹੈ, ਉਹ ਸਾਰਾ ਦਾ ਸਾਰਾ ਇੱਥੇ ਆਪਸ਼ਨ ਦੇ ਵਿੱਚ ਪਾ ਦਿੱਤਾ ਗਿਆ। ਆਪਾਂ ਸਮਝ ਰਹੇ ਹਾਂ ਕਿ डिग्री ऑफ टफनेस कितने थे कि एक आर्टिकल पे ही फोकस हो गया सारा का सारा क्वेश्चन बनाता। सो योर आंसर इज डी। मूविंग टू which statement accurately describe the procedure for amending the Indian constitution as laid down in article 368? very important thing। दूजा क्वेश्चन है अमेंडमेंट तो रिलेटेड, एक अमेंडमेंट नंबर से पूछ रहा सी, हुन 368 ਦੇ ਵਿੱਚ ਅਮੈਂਡਮੈਂਟ ਦਾ ਪ੍ਰੋਸੀਜਰ ਹੈ, ਉਹਦੇ ਬਾਰੇ ਪੁੱਛ ਰਹੇ ਨੇ। ਤਾਂ ਆਪਸ਼ਨਸ ਜਿਹੜੀ ਹੈ ਉਹਦੇ ਚ ਕੀ ਹੈ ਕਿ ਭਈ ਇਹ ਦੱਸ ਦੋ ਐਕਿਊਰੇਟਲੀ ਕਿਹੜਾ ਡਿਸਕ੍ਰਾਈਬ ਕਰ ਰਿਹਾ ਹੈ। So coming to, the bill can be introduced either by a minister or by a private member and it requires prior permission of the president. Answer is no। हाँ, ਇਹ ਗੱਲ ਸਹੀ ਹੈ ਕਿ ਕਨਸਟੀਟਿਊਸ਼ਨਲ ਅਮੈਂਡਮੈਂਟ ਬਿੱਲ ਭਾਵੇਂ ਮਿਨਿਸਟਰ ਇੰਟਰੋਡਿਊਸ ਕਰ ਦੇਣ, ਭਾਵੇਂ ਪ੍ਰਾਈਵੇਟ ਮੈਂਬਰ ਇੰਟਰੋਡਿਊਸ ਕਰ ਦੇਣ। ਕੀ ਹੁੰਦਾ ਹੈ ਮਿਨਿਸਟਰ ਤੇ ਪ੍ਰਾਈਵੇਟ ਮੈਂਬਰ ਦਾ ਫਰਕ ਕਲਾਸਿਸ ਦੇ ਵਿੱਚ ਡਿਟੇਲਸ ਦੇਖਾਂਗੇ। ਤਾਂ ਹਾਂ, ਦੋਨੋਂ ਕਰ ਸਕਦੇ ਨੇ, ਬਟ ਪ੍ਰਾਇਰ ਪਰਮਿਸ਼ਨ ਆਫ ਪ੍ਰੈਜ਼ੀਡੈਂਟ ਦੀ ਰਿਕੁਆਇਰਮੈਂਟ ਨਹੀਂ ਹੁੰਦੀ। ਆਪਾਂ ਜਦੋਂ ਪੈਸੇਜ ਆਫ ਬਿੱਲ ਦੇਖਾਂਗੇ ਤਾਂ ਆਪਾਂ ਦੇਖਾਂਗੇ ਜਿਵੇਂ ਕਿ ਮਨੀ ਬਿੱਲ ਹੈ, ਮਨੀ ਬਿੱਲ ਬਿਨਾ ਪ੍ਰੈਜ਼ੀਡੈਂਟ ਦੀ ਰਿਕਮੈਂਡੇਸ਼ਨ ਤੋਂ ਇੰਟਰੋਡਿਊਸ ਨਹੀਂ ਹੋਗਾ ਹਾਊਸ ਦੇ ਵਿੱਚ, ਬਟ ਕਨਸਟੀਟਿਊਸ਼ਨ ਅਮੈਂਡਮੈਂਟ ਬਿੱਲ ਬਿਨਾ ਪ੍ਰੈਜ਼ੀਡੈਂਟ ਦੀ ਰਿਕਮੈਂਡੇਸ਼ਨ ਤੋਂ ਇੰਟਰੋਡਿਊਸ ਹੋ ਸਕਦਾ ਹੈ। ਸੋ ਫਰਸਟ ਸਟੇਟਮੈਂਟ ਇਜ਼ ਰੋਂਗ। then each house must pass the bill separately, ਅੱਡ बैठ के लोकसभा पास करूगी, राज्यसभा पास करूगी, and in case of the disagreement between the two houses joint sitting is held for deliberation and passage of the bill। याद रखना ordinary bill financial bill ਤੇ article 108 ਦੇ ਵਿੱਚ joint sitting ਦੀ provision ਹੈਗੀ ਹੈ। ਜੇ ਦੋਨੋਂ ਹਾਊਸਸ ਦੇ ਵਿੱਚ ਕੰਪਲੀਟ ਡਿਸਐਗਰੀਮੈਂਟ ਹੋ ਜਾਵੇ over the passage of a bill ਤਾਂ joint sitting ਕਾਲ ਕਰ ਸਕਦੇ ਨੇ, president ਕਾਲ। बट क्योंकि आर्टिकल 368 ਚ ਲਿਖਿਆ ਹੋਇਆ ਹੈ ਕਿ Constitution Amendment Bill will be passed by both the houses sitting separately, ਤਾਂ ਇਸ ਤੇ joint sitting call ਨਹੀਂ ਕੀਤੀ ਜਾ ਸਕਦੀ। In case of complete disagreement between the two houses over the passage of Constitution Amendment Bill, the Constitution Amendment Bill will be failed। So AV built the statement। Moving to, if the bill seeks to amend the federal provision of the Constitution, a article 368 clause 2 legal। If the bill seeks to amend the federal provision of the constitution, it must be ratified by the state legislature, so all the states by special majority।
ਬਈ ਜੇ ਫੈਡਰਲ ਪ੍ਰੋਵੀਜ਼ਨ ਹੈ ਕਿਤੇ, ਜਿਵੇਂ ਲਿਸਟ ਆਪਾਂ ਗੱਲ ਕਰ ਲਈਏ, ਇੱਕ ਐਗਜ਼ਾਮਪਲ ਹੈ ਸ਼ਡਿਊਲ 7 ਦੇ ਵਿੱਚ ਯੂਨੀਅਨ ਸਟੇਟ ਤੇ ਕੌਨਕਰੈਂਟ ਲਿਸਟ, ਇਹਦੇ ਵਿੱਚ ਜੇ ਕੁਝ ਅਮੈਂਡਮੈਂਟ ਲੈ ਕੇ ਆਉਣੀ ਹੈ ਤਾਂ ਫਿਰ ਪਾਰਲੀਮੈਂਟ ਸਪੈਸ਼ਲ ਮੈਜੋਰਟੀ ਤੋਂ ਪਾਸ ਕਰੂਗੀ, ਮਤਲਬ ਦੋਨੋਂ ਹਾਊਸਸ, ਫਿਰ ਸਟੇਟ ਦੀ ਰੈਟੀਫਿਕੇਸ਼ਨ ਲਈ ਭੇਜਿਆ ਜਾਂਦਾ। ਬਟ ਇੱਥੇ ਸਟੇਟਮੈਂਟ ਕਹਿ ਰਹੀ ਹੈ ਕਿ 28 ਦੇ 28 ਰਾਜ 'ਚ ਉਹਨਾਂ ਦੀ ਵਿਧਾਨ ਸਭਾਵਾਂ ਜਦੋਂ ਸਪੈਸ਼ਲ ਮੈਜੋਰਟੀ ਨਾਲ ਅਪਰੂਵ ਕਰਨਗੀਆਂ ਤਾਂ ਉਹ ਲਾਗੂ ਹੋਊਗਾ। ਆਨਸਰ ਇਜ਼ ਨੋ। ਤਾਂ ਯਾਦ ਰੱਖਣਾ ਹੈ, ਇਹ ਥੋੜਾ ਡਾਇਲੂਟ ਕਰ ਲਿਆ ਆਪਾਂ, ਇੱਕ ਤਾਂ ਸਾਰੇ ਨਹੀਂ, ਹਾਫ ਆਫ ਦਾ ਸਟੇਟ ਤੋਂ ਰੈਟੀਫਿਕੇਸ਼ਨ ਲੈਣੀ ਪੈਂਦੀ ਹੈ। ਜੇ 28 ਦੇ ਵਿੱਚ 14 ਰਾਜ ਹਾਂ ਕਰ ਦੇਣਗੇ ਤਾਂ ਓਕੇ, ਤੇ ਮੈਜੋਰਟੀ ਕਿਹੜੀ ਚਾਹੀਦੀ ਹੈ ਸਟੇਟ ਵਿਧਾਨ ਸਭਾ ਦੇ ਵਿੱਚ? ਸਿੰਪਲ ਮੈਜੋਰਟੀ, ਨਾਟ ਦ ਸਪੈਸ਼ਲ ਵਨ, ਜਿਵੇਂ ਕਿ ਹੋਈ ਸੀ 101 ਅਮੈਂਡਮੈਂਟ, 101 ਕਨਸਟੀਟਿਊਸ਼ਨ ਅਮੈਂਡਮੈਂਟ 2016। ਹੁਣ ਤੁਸੀਂ ਕਮੈਂਟ ਦੇ ਵਿੱਚ ਦੱਸਣਾ 101 ਅਮੈਂਡਮੈਂਟ किस टॉपिक नाल जुड़ी हुई है, कुछ इकोनॉमी वाला पासा, टैक्सेशन वाला। ओके, तो तीजी स्टेटमेंट भी गलत है। हम चौथी वैसे तो पढ़ने की लोड़ नहीं, आंसर साडा वही बनता, बट देख लेने द प्रेसिडेंट मस्ट गिव हिज असेंट टू द बिल, ही कैन नीदर withhold his assent to the bill nor return the bill for reconsideration of the parliament। ਆਪਾਂ ਆਰਟੀਕਲ 111 ਦੇ ਵਿੱਚ ਪੜਾਂਗੇ, ਜਦੋਂ ਪ੍ਰੈਜ਼ੀਡੈਂਟ ਕੋਲ ਕੋਈ ਬਿੱਲ ਅਸੈਂਟ ਲਈ ਜਾਂਦਾ ਹੈ ਤਾਂ ਉਹ ਅਸੈਂਟ ਵੀ ਦੇ ਸਕਦੇ ਨੇ, ਉਹ ਡਿਨਾਈ ਵੀ ਕਰ ਸਕਦੇ ਨੇ, ਉਹ ਰੀਕਨਸੀਡਰੇਸ਼ਨ ਦੇ ਵਿੱਚ ਭੇਜ ਸਕਦੇ ਨੇ, ਦੁਬਾਰਾ ਵਿਚਾਰ ਕਰ ਲਓ, ਜਾਂ ਫਿਰ ਇੱਕ ਪੌਕਟ ਵੀਟੋ ਫੋਰ। ਲੇਕਿਨ ਇੱਥੇ ਕਹਿ ਰਹੇ ਨੇ ਕਿ ਕਨਸਟੀਟਿਊਸ਼ਨ ਅਮੈਂਡਮੈਂਟ ਬਿੱਲ ਤੇ ਉਹ ਕੋਈ ਵੀਟੋ ਯੂਜ਼ ਨਹੀਂ ਕਰਨਗੇ, ਸਿਰਫ ਤੇ ਸਿਰਫ ਅਸੈਂਟ ਹੀ ਦੇਣਗੇ। ਐਨ ਆਂਸਰ ਇਜ਼ ਯੈਸ, ਬਿਕੋਜ਼ ਆਪਾਂ ਡਿਟੇਲ ਦੇ ਵਿੱਚ ਪੜਾਂਗੇ 24th ਕਨਸਟੀਟਿਊਸ਼ਨਲ ਅਮੈਂਡਮੈਂਟ ਹੋਈ ਸੀਗੀ 1971 ਦੇ ਵਿੱਚ। तो 24th कॉन्स्टिट्यूशन अमेंडमेंट 1971 ਦੇ ਵਿੱਚ ਪਾਰਲੀਮੈਂਟ ਨੇ ਪ੍ਰੈਜ਼ੀਡੈਂਟ ਨੂੰ ਡਿਊਟੀ ਬਾਉਂਡ ਕੀਤਾ। ਆਰਟੀਕਲ 368 ਦੇ ਵਿੱਚ ਲਿਖਿਆ ਗਿਆ ਕਿ ਪ੍ਰੈਜ਼ੀਡੈਂਟ ਸ਼ੈਲ ਗਿਵ ਹਿਸ ਅਸੈਂਟ। ਸੋ ਨਾਓ ਪ੍ਰੈਜ਼ੀਡੈਂਟ ਇਜ਼ constitutionally duty bound to give the assent to constitutional amendment bill, ਇਸ ਤੇ ਕੋਈ ਵੀਟੋ ਯੂਜ਼ ਨਹੀਂ ਕੀਤੀ ਜਾ ਸਕਦੀ। So here fourth D statement is our answer. Next, we come to the Supreme Court of India stated, the Constitution of India hinges on the bedrock of balance between fundamental rights and DPSP, in which one of the following judgments। ਹੁਣ ਇਹ ਸਿੱਧਾ ਸਿੱਧਾ ਫੈਕਚੁਅਲ ਇਨਫੋਰਮੇਸ਼ਨ ਹੈ, ਔਰ ਇਹ ਸਾਰਾ ਆਪਾਂ ਕਿੱਥੇ ਪੜ੍ਹਦੇ ਹਾਂ? ਆਪਾਂ ਇੱਕ ਟੌਪਿਕ ਪੜ੍ਹਦੇ ਹਾਂ, ਬੇਸਿਕ ਸਟਰਕਚਰ ਡਾਕਟਰੀ, ਕਿ ਕਿੱਦਾਂ 1950 ਤੋਂ ਹੀ ਲੈ ਕੇ ਜੋ ਡਿਬੇਟ ਸੀ, ਜੋ 1951 ਚ ਪਹਿਲੀ ਕਨਸਟੀਟਿਊਸ਼ਨਲ ਅਮੈਂਡਮੈਂਟ ਹੋਈ ਤੇ ਫਿਰ ਸ਼ੰਕਰ ਪ੍ਰਸਾਦ ਜਜਮੈਂਟ ਆਇਆ, ਫੰਡਾਮੈਂਟਲ ਰਾਈਟ ਵਰਸਸ ਡੀਪੀਐਸਪੀ ਦਾ ਜਿਹੜਾ ਇੱਕ ਕੇਸ ਸਾਨੂੰ ਦੇਖਣ ਨੂੰ ਮਿਲਦਾ, ਤੇ ਫਿਰ ਲੰਮੀ ਫਹਿਰਿਸਤ ਅਮੈਂਡਮੈਂਟ ਦੀ ਤੇ ਕੇਸਿਸ ਦੀ, ਜਿਹਦੇ ਵਿੱਚ ਗੋਲਕਨਾਥ ਕੇਸ ਵੀ ਉਸ ਤੋਂ ਹੀ ਰਿਲੇਟਡ ਹੈ, ਕੇਸ ਵਨੰਦ ਭਾਰਤੀ ਵੀ ਰਿਲੇਟਡ ਹੈ, ਮਿਨਰਵਾ ਮਿਲਸ ਵੀ ਰਿਲੇਟਡ ਹੈ। ਬਟ ਇਹਨਾਂ ਸਾਰੇ ਕੇਸਿਸ ਦੇ ਵਿੱਚ ਕਿਹੜੇ ਕੇਸ ਦੇ ਵਿੱਚ ਸੁਪਰੀਮ ਕੋਰਟ ਨੇ ਕਿਹਾ ਕਿ ਫੰਡਾਮੈਂਟਲ ਰਾਈਟ ਤੇ ਡੀਪੀਐਸਪੀ ਦੇ ਵਿੱਚ ਇੱਕ ਬੈਲੈਂਸ ਆਪਾਂ ਨੂੰ ਚਾਹੀਦਾ ਹੈ, ਤੇ ਕਨਸਟੀਟਿਊਸ਼ਨ ਇਸ ਬੈਲੈਂਸ ਤੇ ਹੀ ਟਿਕਿਆ ਹੋਇਆ ਹੈ। ਆਪਾਂ ਇਹ ਨਹੀਂ ਕਹਿ ਸਕਦੇ ਕਿ ਫੰਡਾਮੈਂਟਲ ਰਾਈਟ ਉੱਤੇ ਨੇ ਕਿ ਡੀਪੀਐਸਪੀ ਉੱਤੇ ਨੇ, ਇੱਕ ਬੈਲੈਂਸ ਹੋਣਾ ਚਾਹੀਦਾ। ਕਨਸਟੀਟਿਊਸ਼ਨ ਦਾ ਬੇਸ ਇਹ ਬਣਦਾਗਾ। ਤੇ ਯਾਦ ਰੱਖਣਾ ਇਹ ਆਬਜ਼ਰਵੇਸ਼ਨ ਸੀਗੀ ਮਿਨਰਵਾ ਮਿਲਸ ਕੇਸ ਜੋ 1980 ਦੇ ਵਿੱਚ ਹੋਇਆ ਸੀ। ਤੇ ਗੋਲਕਨਾਥ ਕੀ ਹੈ, ਕੇਸਨ ਭਾਰਤੀ ਕੇਸ ਕੀ ਹੈ, ਇਹ ਆਪਾਂ ਜਦੋਂ ਡਿਟੇਲ ਸਟੱਡੀ ਕਰਾਂਗੇ ਉਦੋਂ ਆਪਾਂ ਨੂੰ ਸਮਝਾਊਗਾ। ਸ਼ਾਇਰਾ ਬਾਨੋ ਕੇਸ ਕੀ ਹੈ, ਇਹ ਵੀ ਬਹੁਤ ਇੰਪੋਰਟੈਂਟ ਕੇਸ ਹੈ, 2017 ਦਾ ਸੀਗਾ। ਆਈ ਬਲੀਵ ਯੂ ਨੋ ਦ ਕਨਸੈਪਟ ਆਫ ਇਨਸਟੈਂਟ ਟ੍ਰਿਪਲ ਤਲਾਕ। ਵਿਚ ਵਨ? ਇਨਸਟੈਂਟ ਟ੍ਰਿਪਲ ਤਲਾਕ, ਕਿ ਇੱਕ ਸਾਹ ਦੇ ਵਿੱਚ 3 ਵਾਰੀ ਤਲਾਕ ਪ੍ਰੋਨਾਉਂਸ ਕਰ ਦੇਣ ਦੇ ਨਾਲ ਇਸਲਾਮ ਦੇ ਵਿੱਚ ਉੱਥੇ ਜਿਹੜੇ ਕੁਝ ਸੈਕਟ ਨੇ ਉੱਥੇ ਤਲਾਕ ਨੂੰ ਫਾਈਨਲ ਐਂਡ ਬਾਈਂਡਿੰਗ ਮੰਨਿਆ ਜਾਂਦਾ ਸੀ। ਸ਼ਾਇਰਾ ਬਾਨੋ ਕੇਸ ਦੇ ਵਿੱਚ ਇਨਸਟੈਂਟ ਟ੍ਰਿਪਲ ਤਲਾਕ ਨੂੰ ਅਨਕਨਸਟੀਟਿਊਸ਼ਨਲ ਤੇ ਵੋਇਡ ਕਰਾਰ ਦੇ ਦਿੱਤਾ ਗਿਆ ਸੀ। ਹੁਣ ਇਹ ਲਾਗੂ ਨਹੀਂ ਹੈ ਇੰਡੀਆ ਦੇ ਵਿੱਚ। ਮੂਵਿੰਗ ਟੂ ਦ ਇਲੈਕਸ਼ਨ ਕਮਿਸ਼ਨ ਆਫ ਇੰਡੀਆ, ਬਈ ਬਹੁਤ ਇੰਪੋਰਟੈਂਟ ਟੌਪਿਕ ਹੈ, ਖਾਸ ਕਰ 2023 ਦੇ ਵਿੱਚ ਜਿਹੜੀ ਸਾਰੀਆਂ ਘਟਨਾਵਾਂ ਹੋਈਆਂ ਸੀ ਉਹਨੂੰ ਲੈ ਕੇ। ECI conducts elections to which of the following bodies? ਮੈਨੂੰ ਵੀ ਉਮੀਦ ਸੀ ਕਿ ਜਿਹੜਾ ਸੁਪਰੀਮ ਕੋਰਟ ਜਜਮੈਂਟ ਆਇਆ ਸੀ, ਅਨੂਪ ਬਰਨਵਾਲ ਜਜਮੈਂਟ ਜਾਂ 2023 ਦਾ ਐਕਟ ਆਇਆ ਸੀ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਨੂੰ ਲੈ ਕੇ, ਉਸ ਤੇ ਕੁਐਸਚਨ ਹੋਣਾ ਚਾਹੀਦਾ। ਬਟ ਉਸ ਤੇ ਕੁਐਸਚਨ ਨਾ ਪੁੱਛ ਕੇ ਬਹੁਤ ਸਿੰਪਲ ਪੁੱਛ ਲਿਆ ਕਿ ਬਸ ਇੰਨਾ ਦੱਸ ਦਿਓ, ECI ਕਿਹੜੀ ਕਿਹੜੀ ਬੋਡੀ ਦੇ ਇਲੈਕਸ਼ਨ ਕੰਡਕਟ ਕਰਾਉਂਦੀ ਹੈ। ਤਾਂ ਆਪਾਂ ਦੇਖ ਰਹੇ ਹਾਂ ਮਿਕਸ ਮੈਚ ਆ ਰਿਹਾ ਇੱਥੇ ਵੀ। ਆਪਾਂ ਕਹਿੰਦੇ 2024 ਦਾ ਪੇਪਰ ਬਹੁਤ ਟਫ ਸੀਗਾ, ਮੈਂ ਮੰਨਦਾ ਟਫਰ ਡਿਗਰੀ ਕੁਐਸਚਨ ਵਰ देयर, ਬਟ ਆਪਾਂ ਦੇਖ ਰਹੇ ਹਾਂ ਵਿੱਚ ਦੀ ਕੀ ਕਰ ਰਹੇ, ਹਰ ਦੂਜੇ ਤੀਜੇ ਕੁਐਸਚਨ ਬਾਅਦ ਇੱਕ ਸਿੰਪਲ ਜਿਹਾ ਕੁਐਸਚਨ ਪਾ ਰਹੇ, ਤਾਂ ਉਹ ਡਿਫਿਕਲਟ ਕੁਐਸਚਨ ਦੇ ਪ੍ਰੈਸ਼ਰ 'ਚ ਬਸ ਆ ਵੀ ਨਾ ਹੋਵੇ ਕੈਂਡੀਡੇਟ। ਕਮਿੰਗ ਟੂ ਲੋਕ ਸਭਾ ਦੇ ਇਲੈਕਸ਼ਨ, ਆਈ ਬਿਲੀਵ ਤੁਹਾਨੂੰ ਪਤਾ ਕਰਾਉਂਦੇ
then state legislative assembly election, office of vice president, municipality and ਪੰਚਾਇਤ। ਸੋ ਇਹਦੇ ਚ ਬਸ ਤੁਸੀਂ ਇੱਕ ਨਾ ਕੁਝ ਯੂਨੀਵਰਸਲ ਰੂਲ ਬਣਾ ਲੈਣੇ, ਵੈਸੇ ਤਾਂ ਹਰ ਸਬਜੈਕਟ ਪੋਲਿਟੀ ਚ ਖਾਸ ਕਰ। ਜਿਵੇਂ ਆਪਾਂ ਈਸੀਆਈ ਦੀ ਗੱਲ ਕਰੀਏ ਤਾਂ ਸਿੰਪਲ ਗੱਲ ਹੈ ਜਨਾਬ, ਪ੍ਰੈਜ਼ੀਡੈਂਟ ਹੋ ਗਏ, ਵਾਈਸ ਪ੍ਰੈਜ਼ੀਡੈਂਟ ਹੋ ਗਏ, ਲੋਕ ਸਭਾ ਹੋ ਗਈ, ਰਾਜ ਸਭਾ ਹੋ ਗਈ, ਵਿਧਾਨ ਸਭਾ ਹੋ ਗਈ ਤੁਹਾਡੀ, ਤੇ ਕੁਝ ਸਟੇਟ ਦੇ ਵਿੱਚ ਵਿਧਾਨ ਪਰਿਸ਼ਦ ਹੋ ਗਈ। ਇਹ ਸਾਰਿਆਂ ਦੇ ਇਲੈਕਸ਼ਨ ਕਰਾਉਂਦਾ ਹੈ ਇਲੈਕਸ਼ਨ ਕਮਿਸ਼ਨ ਆਫ ਇੰਡੀਆ। ਹਾਂ, ਐਮਐਲਏ ਦੇ ਵੀ ਇਲੈਕਸ਼ਨ ਕੌਣ ਕਰਾਊਗਾ? ਇਲੈਕਸ਼ਨ ਕਮਿਸ਼ਨ ਆਫ ਇੰਡੀਆ। ਦੈਨ ਖਾਸਕਰ ਮੁਨਸਿਪੈਲਿਟੀ ਤੇ ਪੰਚਾਇਤ ਕਦੋਂ ਆ ਰਹੀ ਹੈ? ਇਹ ਤਾਂ ਆ ਹੀ ਰਹੀ ਹੈ 73rd ਤੇ 74th ਅਮੈਂਡਮੈਂਟ ਰਾਹੀਂ 1992 ਦੇ ਵਿੱਚ ਜੋ ਕਨਸਟੀਟਿਊਸ਼ਨਲਾਈਜੇਸ਼ਨ ਹੋਇਆ। ਤਾਂ ਇਹਦੇ ਥਰੂ ਹੀ ਸਟੇਟ ਇਲੈਕਸ਼ਨ ਕਮਿਸ਼ਨ ਨੂੰ ਇਹ ਜ਼ਿੰਮੇਵਾਰੀ ਦਿੱਤੀ ਗਈ ਹੈ ਕਿ ਖਾਸਕਰ ਲੋਕਲ ਬਾਡੀ ਪੰਚਾਇਤਾਂ ਤੇ ਮੁਨਸਿਪੈਲਿਟੀ ਦੇ ਇਲੈਕਸ਼ਨ ਕਰਾਉਣ ਦੇ ਲਈ ਹਰ ਸਟੇਟ ਦੇ ਵਿੱਚ ਇੱਕ ਸਟੇਟ ਇਲੈਕਸ਼ਨ ਕਮਿਸ਼ਨ ਤਿਆਰ ਰੱਖਣਾ। ਸਟੇਟ ਇਲੈਕਸ਼ਨ ਕਮਿਸ਼ਨ ਐਮਐਲਏ ਦੇ ਇਲੈਕਸ਼ਨ ਨਹੀਂ ਕਰਾ ਰਿਹਾ। ਸਟੇਟ ਇਲੈਕਸ਼ਨ ਕਮਿਸ਼ਨ ਸਿਰਫ ਇਲੈਕਸ਼ਨ ਕਰਾਉਂਦਾ ਹੈ ਲੋਕਲ ਬਾਡੀਜ਼ ਦੇ, ਮੁਨਸਿਪੈਲਿਟੀ ਤੇ ਪੰਚਾਇਤ ਦੇ। ਜਿਵੇਂ ਪੰਜਾਬ ਦੇ ਵਿੱਚ ਆਪਾਂ ਗੱਲ ਕਰਦੇ ਹਾਂ, ਪਿਛਲੇ ਦਿਨੀ ਹੋ ਕੇ ਹਟੀ ਐਮਸੀ ਦੀਆਂ ਚੋਣਾਂ। ਐਮਸੀ ਦੀ ਚੋਣਾਂ ਕਿਸਨੇ ਕਰਾਈਆਂ? ਸਟੇਟ ਇਲੈਕਸ਼ਨ ਕਮਿਸ਼ਨ ਨੇ ਕਰਾਈਆਂ। ਗਿਆਨੇਸ਼ ਕੁਮਾਰ ਜੀ ਦਾ ਇਹਦੇ ਵਿੱਚ ਰੂਲ ਨਹੀਂ ਹੈਗਾ। ਸੋ ਆਨਸਰ ਤੁਸੀਂ ਬਸ ਤੀਜਾ ਕੱਢ ਦੋ, ਤੇ 1 to 4 D is our answer. Okay. Coming to, according to political scientist Dr. Ivor Jennings, who is referred as to alternative prime minister in parliamentary form of government. तो ਇਹ ਕੁਐਸਚਨ ਵੀ ਦੇਖੋ, ਇੱਕ ਤਾਂ ਡਾਕਟਰ ਆਈਵਰ ਜੈਨਿੰਗਸ ਪੜ੍ਹ ਕੇ ਆਪਾਂ ਨੂੰ ਇਹ ਲੱਗਦਾ ਕਿ ਨਾਰਮਲੀ ਆਪਾਂ ਮੇਨਸ ਦੀ ਤਿਆਰੀ ਨਹੀਂ ਕਰ ਰਹੇ ਇਸ ਐਗਜ਼ਾਮ ਵਾਸਤੇ, ਤੇ ਯਾਰ ਇਦਾਂ ਦੀ ਚੀਜ਼ਾਂ ਤਾਂ ਆਪਾਂ ਪੜ੍ਹਦੇ ਨਹੀਂ ਹੈਗੇ। ਬਟ ਫਿਰ ਤੋਂ ਇਹ ਕੁਐਸਚਨ ਦੀ ਰੈਲੇਵੈਂਸੀ ਕੀ ਹੈ? 2024 ਦਾ ਇਲੈਕਸ਼ਨ, ਲੀਡਰ ਆਫ ਆਪੋਜੀਸ਼ਨ ਨੂੰ ਲੈ ਕੇ ਹਿਊਜ ਲਿਟਰੇਚਰ ਫਿਲਡ ਇਨ ਦੀ ਨਿਊਜ਼ਪੇਪਰਸ, ਇਹ ਉੱਥੋਂ ਕੁਐਸਚਨ ਚੱਕਿਆ ਗਿਆ। ਤੇ ਜੇ ਆਈਵਰ ਜੈਨਿੰਗਸ ਨਹੀਂ ਪੜ੍ਹਿਆ ਬਟ ਕਿਸੇ ਨੇ ਲੀਡਰ ਆਫ ਆਪੋਜੀਸ਼ਨ ਨੂੰ ਚੰਗੀ ਤਰ੍ਹਾਂ ਪੜ੍ਹ ਲਿਆ ਸੀ ਆਪਦੀ ਪੋਲਿਟੀ ਦੇ ਦੌਰਾਨ ਜਾਂ ਫਿਰ ਨਿਊਜ਼ਪੇਪਰ ਰਾਹੀਂ, ਤਾਂ ਈਜ਼ੀਲੀ ਆਪਾਂ ਪਹੁੰਚ ਸਕਦੇ ਹਾਂ ਕਿ ਬਈ ਅਲਟਰਨੇਟਿਵ ਪੀਐਮ ਕਿਹਨੂੰ ਕਿਹਾ ਜਾਊ, ਕਿਹਨੂੰ ਕਹਿ ਸਕਦੇ ਹਾਂ? ਸੁਪਰੀਮ ਚੀਫ ਜਸਟਿਸ? ਨਹੀਂ, ਚੀਫ ਜਸਟਿਸ ਸਾਹਿਬ ਨੂੰ ਤਾਂ ਆਪਾਂ ਐਗਜ਼ੀਕਿਊਟਿਵ ਨਹੀਂ ਰੱਖਿਆ, ਆਪਾਂ ਤਾਂ ਸੈਪਰੇਸ਼ਨ ਆਫ ਪਾਵਰ ਦੀ ਗੱਲ ਕਰਦੇ ਹਾਂ। ਸਗੋਂ ਆਪਾਂ ਡੀਪੀਐਸਪੀ ਆਰਟੀਕਲ 50 ਦੇ ਵਿੱਚ ਪੜ੍ਹਦੇ ਹਾਂ, ਐਗਜ਼ੀਕਿਊਟਿਵ ਐਂਡ ਜੁਡੀਸ਼ਰੀ ਸ਼ੈਲ ਬੀ ਸੈਪਰੇਟਡ, ਤਾਂ ਇਹ ਤਾਂ ਨਹੀਂ ਹੋਊਗਾ। ਫਿਰ ਪ੍ਰੈਜ਼ੀਡੈਂਟ ਆਫ ਦਾ ਕੰਟਰੀ, ਜਦੋਂ ਆਪਾਂ ਪ੍ਰੈਜ਼ੀਡੈਂਟ ਦੇਖਦੇ ਹਾਂ ਤਾਂ ਆਪਾਂ ਦੇਖਦੇ ਹਾਂ ਕਿ ਪ੍ਰੈਜ਼ੀਡੈਂਟ ਇੱਕ ਨੋਮੀਨਲ ਜੀ ਸੈਰੇਮੋਨੀਅਲ ਪੋਸਟ ਹੈ, ਪੀਐਮ ਦੀ ਪਾਵਰ ਤਾਂ ਨਹੀਂ ਦਿੱਤੀ ਗਈ। ਫਿਰ ਆਪਾਂ ਦੇਖਦੇ ਹਾਂ ਤਾਂ ਲੀਡਰ ਆਫ ਰੂਲਿੰਗ ਪੋਲੀਟੀਕਲ ਪਾਰਟੀ, ਇੱਥੇ ਡਾਊਟ ਹੋ ਸਕਦਾ ਹੈ ਕਿ ਯਾਰ ਕੀ ਪਤਾ ਹੋਵੇ, ਬਟ ਫਿਰ ਆਪਾਂ ਦੇਖਦੇ ਹਾਂ ਕਈ ਵਾਰੀ ਲੀਡਰ ਆਫ ਪੋਲੀਟੀਕਲ ਪਾਰਟੀ ਤਾਂ ਹੁੰਦਾ ਹੀ ਪੀਐਮ ਹੈ, ਆਪਾਂ ਪ੍ਰੈਜ਼ੀਡੈਂਟ ਆਫ ਰੂਲਿੰਗ ਪਾਰਟੀ ਤਾਂ ਨਹੀਂ ਕਹਿ ਰਹੇ ਨਾ। ਤਾਂ ਰੂਲਿੰਗ ਪਾਰਟੀ ਦਾ ਜਿਹੜਾ ਲੀਡਰ ਸਾਰੇ ਬੰਦੇ ਚੁਣਨਗੇ ਉਹ ਪੀਐਮ ਬਣਦਾ ਸਿੱਧਾ ਸਿੱਧਾ, ਤਾਂ ਅਲਟਰਨੇਟਿਵ ਤਾਂ ਨਹੀਂ ਹੈ। ਕੁੱਲ ਮਿਲਾ ਕੇ ਚਲੋ ਇਹ ਤਾਂ ਕਾਮਨ ਸੈਂਸ ਦੀਆਂ ਗੱਲਾਂ ਹੋ ਗਈਆਂ। ਲੀਡਰ ਆਫ ਆਪੋਜੀਸ਼ਨ ਨੂੰ ਹੀ ਆਈਵਰ ਜੈਨਿੰਗਸ ਨੇ ਕਿਹਾ ਸੀਗਾ ਅਲਟਰਨੇਟਿਵ ਪ੍ਰਾਈਮ ਮਿਨਿਸਟਰ। ਤੇ ਯਾਰ ਇਹ ਸਭ ਆਉਂਦਾ ਇੰਗਲਿਸ਼ ਜਿਹੜਾ ਉੱਥੇ ਸਿਸਟਮ ਰਿਹਾ ਜਿੱਥੇ ਸ਼ੈਡੋ ਕੈਬਨਿਟ ਦਾ ਚੱਲਣ ਰਿਹਾ, ਦੋ ਪੋਲੀਟੀਕਲ ਪਾਰਟੀ ਮੇਨ ਹੁੰਦੀਆਂ, ਤਾਂ ਹਰ ਮਿਨਿਸਟਰ ਦੇ ਉੱਤੇ ਵਾਚ ਰੱਖਣ, ਚੈੱਕ ਰੱਖਣ, ਉਹਨੂੰ ਕ੍ਰਿਟਿਸਾਈਜ਼ ਕਰਨ ਲਈ ਆਪੋਜੀਸ਼ਨ ਪੋਲੀਟੀਕਲ ਪਾਰਟੀ ਕਿਸੇ ਐਮਪੀ ਦੀ ਡਿਊਟੀ ਲਾ ਦਿੰਦੇ ਨੇ। ਤੇ ਫਾਈਨੈਂਸ ਮਿਨਿਸਟਰ ਨੂੰ ਕੋਈ ਹੋਰ ਬੰਦਾ ਚੈੱਕ ਕਰ ਰਿਹਾ, ਐਵੇਂ ਹੀ ਹੋਮ ਮਿਨਿਸਟਰ ਹੈ ਉਹਨਾਂ ਨੂੰ ਕੋਈ ਹੋਰ ਲੀਡਰ ਆਫ ਆਪੋਜੀਸ਼ਨ ਨੇ ਅਪਾਇੰਟ ਕੀਤਾ ਹੈ, ਆਪੋਜੀਸ਼ਨ ਪੋਲੀਟੀਕਲ ਪਾਰਟੀ ਚੋਂ ਯਾਰ ਹੋਮ ਮਿਨਿਸਟਰ ਤੇ ਨਿਗਾਹ ਰੱਖੀ, ਤਾਂ ਇੱਕ ਤਰ੍ਹਾਂ ਦੀ ਸ਼ੈਡੋ ਕੈਬਨਿਟ ਤਿਆਰ ਕਰ, ਤਾਂ ਉੱਥੋਂ ਇਹ ਟਰਮ ਆਉਂਦੀ ਹੈ ਕਿ ਬਈ ਇੱਕ ਅਲਟਰਨੇਟ ਪ੍ਰਾਈਮ ਮਿਨਿਸਟਰ ਹੈ, ਜੇ ਸਰਕਾਰ ਬਾਈ ਚਾਂਸ ਗਿਰ ਗਈ ਔਰ ਆਪੋਜੀਸ਼ਨ ਸਰਕਾਰ ਬਣਾਵੇ ਤਾਂ ਐਲਓਪੀ ਉਹ ਪ੍ਰਾਈਮ ਮਿਨਿਸਟਰ ਦਾ ਪੋਟੈਂਸ਼ੀਅਲ ਰੱਖਦਾ ਹੈ। ਹੁਣ ਤੁਸੀਂ ਕਮੈਂਟ ਦੇ ਵਿੱਚ ਦੱਸਣਾ ਇਸ ਵਕਤ ਲੋਕ ਸਭਾ ਦੇ ਵਿੱਚ ਲੀਡਰ ਆਫ ਆਪੋਜੀਸ਼ਨ ਕੌਣ ਨੇ, ਤੇ ਪੰਜਾਬ ਦੇ ਵਿੱਚ ਕੀ ਲੀਡਰ ਆਫ ਆਪੋਜੀਸ਼ਨ ਦੀ ਪੋਸਟ ਕਿਸੇ ਪੋਲੀਟੀਕਲ ਪਾਰਟੀ ਦੇ ਲੀਡਰ ਕੋਲ ਹੈ? ਜੇ ਹੈ ਤਾਂ ਉਹਨਾਂ ਦਾ ਨਾਮ ਕੀ? ਨੈਕਸਟ ਇਜ਼ the Indian constitution embodies a positive concept of secularism. Now this is very much conceptual, concept based. Which of the following does not reflect this positive model? This is basically a comparison model with the western secularism और आप French secularism ਉਹਨੂੰ ਕਹਿ ਦਿੰਦੇ ਆ, ਤੇ ਈਸਟਰਨ ਜਾਂ ਫਿਰ ਇੰਡੀਅਨ secularism। ਤਾਂ ਇੰਡੀਅਨ ਨੂੰ ਪੋਜ਼ਿਟਿਵ ਕਿਹਾ ਜਾਂਦਾ ਹੈ, ਫ੍ਰੈਂਚ ਸਿਸਟਮ ਨੂੰ ਜੋ ਸੈਕੂਲਰਿਜ਼ਮ ਕਨਸੈਪਟ ਹੈ ਉਹਨੂੰ ਆਪਾਂ ਨੈਗੇਟਿਵ ਕਹਿੰਦੇ। ਸੋ ਜੋ ਸਾਡਾ ਪੋਜ਼ਿਟਿਵ ਮਾਡਲ ਹੈ ਸੈਕੂਲਰਿਜ਼ਮ ਦਾ, ਹੁਣ ਇਹਨੂੰ ਥੋੜਾ ਜਿਹਾ ਕਾਮਨ ਸੈਂਸ ਤੇ ਡੀਲ ਕੀਤਾ ਜਾ ਸਕਦਾ ਅਗਰ ਇਹ ਦੋਨੋਂ ਕਨਸੈਪਟ ਆਪਾਂ ਨਹੀਂ ਪੜ੍ਹੇ। ਗਿਵਿੰਗ ਇਕੁਅਲ ਰਿਸਪੈਕਟ ਟੂ ਆਲ ਦ ਰਿਲੀਜਨ। ਹੁਣ ਇੱਥੇ ਤਾਂ ਕਹਿਤਾ ਕਿ ਬਈ ਇੰਡੀਅਨ ਕਨਸਟੀਟਿਊਸ਼ਨ ਤੁਹਾਨੂੰ ਸਪੈਸੀਫਿਕ ਲਿਖ ਕੇ ਦਿੰਦਾ ਕਿ ਪੋਜ਼ਿਟਿਵ ਕਨਸੈਪਟ ਹੈ ਸੈਕੂਲਰਿਜ਼ਮ ਦਾ, ਤੇ ਦੱਸੋ ਕਿਹੜਾ ਰਿਫਲੈਕਟ ਨਹੀਂ ਕਰ ਰਿਹਾ। ਥੋੜਾ ਇੰਡੀਅਨ ਸੈਕੂਲਰਿਜ਼ਮ ਤੋਂ ਆਪਾਂ ਦੇਖ ਲਈਏ ਕਿ ਇੰਡੀਅਨ ਸੈਕੂਲਰਿਜ਼ਮ ਸਾਰੇ ਰਿਲੀਜਨ ਨੂੰ ਬਰਾਬਰੀ
ਦੀ ਰਿਸਪੈਕਟ ਪੇ ਕਰਦਾ ਹੈ? ਆਨਸਰ ਇਜ਼ ਯੈਸ। ਕਨਸਟੀਟਿਊਸ਼ਨ ਦੇ ਵਿੱਚ ਆਪਾਂ ਬਾਕਾਇਦਾ ਕਿਹਾ ਹੈ, ਨੋ ਡਿਸਕ੍ਰਿਮੀਨੇਸ਼ਨ ਔਨ ਬੇਸਿਸ ਆਫ ਰਿਲੀਜਨ, ਤੇ ਸਭ ਨੂੰ ਆਪਦਾ ਆਪਦਾ ਧਰਮ ਫੋਲੋ ਕਰਨ ਦੀ ਇਜਾਜ਼ਤ ਹੈ। ਫਿਰ ਪ੍ਰੋਟੈਕਟਿੰਗ ਆਲ ਰਿਲੀਜੀਅਸ ਇਕੁਅਲੀ, ਪ੍ਰੋਟੈਕਟਿੰਗ ਆਲ ਦ ਰਿਲੀਜਨਸ ਇਕੁਅਲੀ, ਹਾਂਜੀ ਕਨਸਟੀਟਿਊਸ਼ਨ ਇਹ ਵੀ ਪ੍ਰੋਵਾਈਡ ਕਰਦਾ ਕਿ ਸਾਰੇ ਰਿਲੀਜਨ ਨੂੰ ਇਕੁਅਲ ਪ੍ਰੋਟੈਕਸ਼ਨ ਮਿਲੂਗੀ, ਕਿਸੇ ਨੂੰ ਧਰਮ ਨੂੰ ਕਿਸੇ ਵੀ ਆਧਾਰ ਤੇ ਕੋਈ ਖਾਸ ਆਪਾਂ ਤਰਜੀਹ ਨਹੀਂ ਦੇਵਾਂਗੇ, ਦੂਜੇ ਨਾਲ ਡਿਸਕ੍ਰਿਮੀਨੇਟ ਨਹੀਂ ਕਰਾਂਗੇ। ਫਿਰ ਐਡਹੈਰਿੰਗ ਟੂ ਦ ਪ੍ਰਿੰਸੀਪਲ डिस्टेंस मॉडल, देखो है कि जो वेस्टर्न सेक्युलरिज्म है दैट इज कंप्लीट डाइवोर्स बिटवीन रिलीजन एंड स्टेट अफेयर, बिल्कुल अटट ने। ਸਾਡੇ ਕੀ ਹੈ, ਸਾਡੇ ਸਟੇਟ ਰਿਲੀਜਨ ਦੇ ਮੈਟਰ ਦੇ ਵਿੱਚ ਇੱਕ ਪ੍ਰਿੰਸੀਪਲ ਡਿਸਟੈਂਸ ਰੱਖਦਾ ਹੈ, ਇੱਕ ਖਾਸ ਦੂਰੀ ਤਾਂ ਰੱਖਦਾ ਹੈ, ਬਟ ਵਕਤ ਪੜਨ ਤੇ ਉਹ ਰਿਲੀਜੀਅਸ ਮੈਟਰ ਦੇ ਵਿੱਚ ਇੰਟਰਫੇਅਰ ਜਾਂ ਰੈਗੂਲੇਸ਼ਨ ਕਰ ਸਕਦਾ ਹੈ। ਜਿਵੇਂ ਹੁਣ ਪੰਜਾਬ ਸਰਕਾਰੀ ਤੀਰਥ ਯਾਤਰਾ ਸਕੀਮ ਚਲਾਤੀ ਹੈ ਕਿ ਬਈ ਜੋ 50 ਸਾਲ ਤੋਂ ਉੱਤੇ ਦੀ ਪੋਪੂਲੇਸ਼ਨ ਹੈ ਉਹਨਾਂ ਅੱਡ-ਅੱਡ ਧਰਮਾਂ ਵਾਸਤੇ, ਅੱਛਾ ਇੱਥੇ ਵੀ ਦੇਖਾਂਗੇ ਧਰਮ ਵਿਸ਼ੇਸ਼ ਵਾਸਤੇ ਨਹੀਂ ਕੀਤੀ ਕਿ ਇਕੱਲੇ ਸਿੱਖੀਜ਼ਮ ਵਾਸਤੇ ਕਰਦੀ ਹੈ, ਇਕੱਲੇ ਹਿੰਦੂਜ਼ਮ ਵਾਸਤੇ ਕਰਦੀ ਹੈ, ਵੱਖੋ-ਵੱਖ ਧਰਮਾਂ ਵਾਸਤੇ ਉਹਨਾਂ ਦੇ ਧਰਮ ਸਥਾਨ ਨੇ ਪੰਜਾਬ ਤੋਂ ਬਾਹਰ ਵੀ, ਉਹਨਾਂ ਵਾਸਤੇ ਫ੍ਰੀ ਟਰੈਵਲ ਸਰਵਿਸ ਆਪਾਂ ਅਨਾਉਂਸ ਕੀਤੀ ਹੈ। ਤਾਂ ਇਹ ਤਾਂ ਧਰਮ ਦੇ ਮਾਮਲੇ 'ਚ ਸਰਕਾਰ ਆ ਰਹੀ ਹੈ। ਤਾਂ ਹਾਂਜੀ ਇਸ ਤਰ੍ਹਾਂ ਦਾ ਪ੍ਰਿੰਸੀਪਲ ਡਿਸਟੈਂਸ ਕਿ ਧਰਮ ਦੇ ਆਧਾਰ ਤੇ ਵੋਟ ਨਹੀਂ ਮੰਗੂਗੀ ਜਾਂ ਕੁਝ ਉਦਾਂ ਦਾ ਐਕਟੀਵਿਟੀ ਨਹੀਂ ਕਰਨੀ ਹੈ, ਡਿਸਕ੍ਰਿਮੀਨੇਸ਼ਨ ਨਹੀਂ ਕਰਨੀ ਹੈ, ਲੇਕਿਨ ਧਾਰਮਿਕ ਮਾਮਲਿਆਂ ਦੇ ਵਿੱਚ ਸਟੇਟ ਦੀ ਐਕਟੀਵਿਟੀ ਹੋ ਸਕਦੀ ਹੈ, ਇਹਨੂੰ ਹੀ ਕਹਿੰਦੇ ਆਪਾਂ ਪ੍ਰਿੰਸੀਪਲ ਡਿਸਟੈਂਸ ਮੋਡਲ। ਤਾਂ ਇਹ ਵੀ ਹੈ ਪੋਜ਼ਿਟਿਵ ਸੈਕੂਲਰਿਜ਼ਮ ਤੇ ਇੰਡੀਆ ਦੇ ਵਿੱਚ। ਚੌਥਾ ਹੀ ਆਨਸਰ ਸਾਡਾ ਬਚ ਰਿਹਾ ਕੀ ਹੈ, ਮੇਨਟੇਨਿੰਗ ਅ ਕੰਪਲੀਟਲੀ ਰਿਜਿਡ ਵਾਲ ਆਫ ਸੈਪਰੇਸ਼ਨ ਬਿਟਵੀਨ ਰਿਲੀਜਨ ਐਂਡ ਸਟੇਟ। ਜਿਵੇਂ ਮੈਂ ਕਿਹਾ ਇਹ ਵੈਸਟਰਨ ਸੈਕੂਲਰਿਜ਼ਮ ਹੈ, ਫ੍ਰੈਂਚ ਸੈਕੂਲਰਿਜ਼ਮ ਹੈ, ਜਿੱਥੇ ਸਟੇਟ ਤੇ ਰਿਲੀਜਨ ਨੂੰ ਕੰਪਲੀਟਲੀ ਅਲੱਗ ਕੀਤਾ ਗਿਆ, ਸੈਪਰੇਸ਼ਨ ਆਫ ਪਾਵਰ ਬਹੁਤ ਸਟ੍ਰਿਕਟ ਇੱਥੇ ਰੱਖੀ ਗਈ, ਡਾਇਵੋਰਸ ਕ੍ਰੀਏਟ ਕਰ ਦਿੱਤਾ ਗਿਆ। ਸੋ ਆਨਸਰ ਇਜ਼ ਡੀ ਹੈ। ਨੈਕਸਟ ਏਵੀਡਾਈਸੀ, ਦੂਜਾ ਕੁਐਸਚਨ ਹੈ ਥਿੰਕਰ ਦੇ ਉੱਤੇ। ਜੇ ਆਰਟੀਕਲ 14 ਪੜਿਆ ਚੰਗੀ ਤਰ੍ਹਾਂ ਤਾਂ ਡਾਈਸੀ ਨੇ ਕੋਈ ਪ੍ਰੋਬਲਮ ਨਹੀਂ ਦੇਣੀ, ਐਵੇਂ ਥਿੰਕਰ ਦਾ ਨਾਮ ਸੁਣ ਕੇ ਡਰ ਨਹੀਂ ਜਾਣਾ। ਏਵੀਡਾਈਸੀ propounded the classic concept of rule of law, which consists of three core elements. Which one of the following is one of those elements? अब ਇਹਨਾਂ ਦੇ ਵਿੱਚੋਂ ਇੱਕ ਹੈ। odd one out ਦੇ ਵਿੱਚ ਵੀ ਉਹ ਤਿੰਨ ਨਹੀਂ ਪੁੱਛ ਰਹੇ ਕਿ ਇੱਕ ਹੋਵੇ, ਬਸ ਇੱਕੋ ਹੀ ਦਿੱਤਾ ਹੋਊਗਾ ਇੱਥੇ। ਹਾਲਾਂਕਿ ਇਹ ਵੀ ਕਾਮਨ ਸੈਂਸ ਤੇ ਥੋੜੀ ਜਿਹੀ ਨੌਲੇਜ ਤੇ ਸੋਲਵ ਹੋ ਜੂਏ ਆਪਣੀ। ਰੂਲ ਆਫ ਲਾਅ ਏਵੀ ਡਾਈਸੀ 19th ਸੈਂਚੁਰੀ ਥਿੰਕਰ ਜਿਹੜੇ ਸੀਗੇ ਇਹਨਾਂ ਨੂੰ ਬਹੁਤ ਪੋਪੂਲਰਾਈਜ਼ ਕੀਤੇ, ਹਾਲਾਂਕਿ ਔਰ ਥਿੰਕਰ ਨੇ ਵੀ ਲਿਖਿਆ ਲੇਕਿਨ ਇਹਨਾਂ ਦੀ ਜ਼ਿਆਦਾ ਪੋਪੂਲਰ ਥਿਊਰੀ। ਤਾਂ ਉਹਦੇ ਜਿਹੜੇ ਤਿੰਨ ਕੋਰ ਐਲੀਮੈਂਟ ਸੀਗੇ, ਜੇ ਆਪਾਂ ਨਾਰਮਲੀ ਦੇਖੀਏ ਤਾਂ ਸਾਰੇ ਹੀ ਸਿਟੀਜ਼ਨ ਵਾਸਤੇ ਇੱਕੋ ਕਾਨੂੰਨ, ਇੰਗਲਿਸ਼ ਕਾਮਨ ਲਾਅ ਜਿਹਨੂੰ ਕਹਿੰਦੇ ਆ, ਕਿਸੇ ਵੀ ਇਲੀਟ ਕਲਾਸ ਕਿਸੇ ਵੀ ਔਰ ਕਲਾਸ ਨਹੀਂ, ਅੱਡ-ਅੱਡ ਲਾਜ਼ ਨਹੀਂ ਹੋਣਗੇ, ਤੇ ਸਾਰੇ ਹੀ ਸਿਟੀਜ਼ਨ ਵਿਲ ਬੀ ਸਬਜੈਕਟਡ ਟੂ ਕਾਮਨ ਕੋਰਟਸ। ਕਿਸੇ ਵਾਸਤੇ ਅੱਡ ਤੋਂ ਕੋਰਟ ਨਹੀਂ ਹੋਗਾ ਕਿ ਜੀ ਇਲੀਟ ਕਲਾਸ ਹੈ ਤਾਂ ਉਹਦੇ ਵਾਸਤੇ ਅੱਡ ਕੋਰਟ ਹੈ, ਕਾਮਨ ਮੈਨ ਵਾਸਤੇ ਅੱਡ ਕੋਰਟ ਹੈ। ਇੱਕੋ ਕਾਨੂੰਨ ਤੋਂ ਸਭ ਡਰਿਵਨ ਹੋਣਗੇ, ਇੱਕੋ ਕੋਰਟ ਹੋਣਗੇ, ਤੇ ਸਜ਼ਾ ਉਦੋਂ ਕੀਤੀ ਜਾਊਗੀ ਜਦੋਂ ਕਾਨੂੰਨ ਦੀ ਵਾਇਲੇਸ਼ਨ ਆਰਡੀਨਰੀ ਕੋਰਟ ਦੇ ਵਿੱਚ ਸਾਬਤ ਹੋ ਜਾਏ। ਇਹ ਦੋ ਐਲੀਮੈਂਟ ਹੋ ਗਏ। ਤੀਜਾ ਐਲੀਮੈਂਟ ਹੈ that constitution is result of ordinary laws and ਜੁਡੀਸ਼ੀਅਲ ਪ੍ਰੈਸੀਡੈਂਟਸ। ਹੁਣ ਇੰਡੀਆ ਦੇ ਵਿੱਚ ਪਹਿਲੇ ਦੋ ਤੋਂ ਫੋਲੋ ਹੁੰਦੇ ਨੇ, ਸਾਰਿਆਂ ਵਾਸਤੇ ਇੱਕੋ ਵਰਗੇ ਕਾਨੂੰਨ ਨੇ, ਇੱਕੋ ਕੋਰਟਸ ਨੇ, ਬਟ ਸਾਡੇ ਕਨਸਟੀਟਿਊਸ਼ਨ ਸੁਪਰੀਮੇਸੀ ਚੱਲਦੀ ਹੈ। ਸੋ ਇਹਦੇ ਵਿੱਚ ਆਪਾਂ ਦੇਖੀਏ ਤਾਂ ਜੁਡੀਸ਼ੀਅਲ ਐਕਟਿਵਿਜ਼ਮ, ਇਕੁਐਲਿਟੀ ਬਿਫੋਰ ਲਾਅ, ਜੁਡੀਸ਼ੀਅਲ ਰਿਵਿਊ, ਪ੍ਰਾਈਮੇਸੀ ਆਫ ਇੰਡੀਵਿਜੂਅਲ ਡਿਊਟੀ। ਹੁਣ ਯਾਦ ਰੱਖਣਾ ਇਕੁਐਲਿਟੀ ਬਿਫੋਰ ਲਾਅ, ਜਿਵੇਂ ਆਪਾਂ ਗੱਲ ਕੀਤੀ ਕਿ ਸਾਰਿਆਂ ਵਾਸਤੇ ਇੱਕੋ ਕਾਨੂੰਨ ਦਾ ਹੋਣਾ ਜ਼ਰੂਰੀ ਹੈ, ਇੱਕ ਹੋਰ ਐਲੀਮੈਂਟ ਹੈ ਰੂਲ ਆਫ ਲਾਅ ਦਾ, ਤਾਂ ਹੀ ਤਾਂ ਕਾਨੂੰਨ ਦਾ ਰਾਜ ਹੋਊਗਾ, ਬੰਦੇ ਦਾ ਨਹੀਂ। ਤੇ ਬਾਕੀ ਫਿਰ ਜੁਡੀਸ਼ੀਅਲ ਐਕਟਿਵਿਜ਼ਮ ਉਹ ਕੋਰ ਐਲੀਮੈਂਟ ਨਹੀਂ ਹੈਗਾ। ਜੁਡੀਸ਼ੀਅਲ ਰਿਵਿਊ ਇਹ ਜੁਡੀਸ਼ੀਅਲ ਇੰਡੀਪੈਂਡੈਂਸ ਤੋਂ ਜੁੜੀ ਹੋਈ ਚੀਜ਼ ਹੈ। ਤੇ ਫਿਰ ਪ੍ਰਾਈਮੇਸੀ ਆਫ ਇੰਡੀਵਿਜੂਅਲ ਡਿਊਟੀ, ਕਿ ਇੰਡੀਵਿਜੂਅਲ ਆਪਣੀ ਡਿਊਟੀ ਨੂੰ ਪ੍ਰਾਈਮ ਰੱਖੇ ਕਰੂਗਾ, ਇਹ ਵੀ ਰੂਲ ਆਫ ਲਾਅ ਦਾ ਕੋਰ ਐਲੀਮੈਂਟ ਨਹੀਂ ਹੈਗਾ। ਨੈਕਸਟ ਇਜ਼ with reference to fundamental duties in India, consider the following statement। अच्छा भावें क्वेश्चन तुसी टफ मानो लेकिन क्वेश्चन बहुत predictable places तो आ रहे हैं। They are coming to DPSP, they are coming to constitutional amendment, they are coming to parts and schedule, now they have come to fundamental duties। So ਇੱਥੇ ਆਪਾਂ ਪਤਾ ਕਰਨਾ ਹੈ ਕਿ which of the statement is correct। Fundamental duties were incorporated into the constitution based on the recommendation of Swaran Singh committee। पहला फैक्ट जो आप याद करते हैं, दूसरा तीसरा फैक्ट जो आप याद करते हैं, फंडामेंटल ड्यूटी पढ़ते हैं, हाँ जी स्वरण सिंह कमेटी दी ही रिपोर्ट ते
ਆਪਾਂ ਉਸ ਤੋਂ ਇਨਸਪਾਇਰ ਹੋ ਕੇ ਫੰਡਾਮੈਂਟਲ ਡਿਊਟੀਆਂ ਘੜੀਆਂ ਸੀਗੀਆਂ ਕਿ ਕਿਹੜੀ ਕਿਹੜੀ ਫੰਡਾਮੈਂਟਲ ਡਿਊਟੀ ਹੋਊਗੀ। ਤੇ ਅੱਛਾ ਮੇਰੇ ਖਿਆਲ ਨਾਲ ਤੁਹਾਨੂੰ ਯਾਦ ਹੈ ਕਿ ਫੰਡਾਮੈਂਟਲ ਡਿਊਟੀਜ਼ ओरिजिनल ਕਨਸਟੀਟਿਊਸ਼ਨ ਦਾ ਪਾਰਟ ਨਹੀਂ ਸੀਗੀ। ਦੇ ਵਰ ਐਡਡ ਬਾय 42nd ਕਨਸਟੀਟਿਊਸ਼ਨਲ ਅਮੈਂਡਮੈਂਟ ਐਕਟ ਇਨ 1976 ਤੇ ਪਾਰਟ 4A ਐਡ ਕੀਤਾ ਗਿਆ ਇੰਡੀਅਨ ਕਨਸਟੀਟਿਊਸ਼ਨ ਦੇ ਵਿੱਚ। Now, coming to next thing, paying taxes and committing to the state ideology like socialism, secularism, democracy are explicitly enumerated fundamental duties under 51A. ਹੁਣ ਆਰਟੀਕਲ 51 ਇਹ ਤਾਂ ਸਹੀ ਹੈ, ਪਾਰਟ 4 ਇਹਦੇ ਵਿੱਚ ਇੱਕੋ ਆਰਟੀਕਲ ਹੈ 51A, ਇਹਦੇ ਵਿੱਚ ਹੀ 11 ਡਿਊਟੀਆਂ ਲਿਖੀਆਂ ਹੋਈਆਂ ਨੇ। ਤਾਂ ਕਿ ਇੱਕ ਡਿਊਟੀ ਇਹ ਵੀ ਹੈ ਕਿ ਟੈਕਸ ਪੇ ਕਰਨੇ ਆ ਤੇ ਜਿਹੜੀ ਕਨਸਟੀਟਿਊਸ਼ਨਲ ਆਈਡੀਓਲੋਜੀ ਜਿਵੇਂ ਕਿ ਪ੍ਰੈਂਬਲ ਦੇ ਵਿੱਚ ਦਿੱਤਾ ਹੋਇਆ ਸੋਸ਼ਲਿਜ਼ਮ, ਸੈਕੂਲਰਿਜ਼ਮ, ਡੈਮੋਕ੍ਰੇਸੀ, ਇਹਨਾਂ ਆਈਡੀਓਲੋਜੀ ਦੇ ਵਿੱਚ ਵਿਸ਼ਵਾਸ ਰੱਖਣਾ ਗਾ ਤੇ ਕਮਿਟਡ ਰਹਿਣਾ, ਕੀ ਇਹ ਵੀ ਫੰਡਾਮੈਂਟਲ ਡਿਊਟੀ ਹੈ? ਆਨਸਰ ਇਸ ਨੂੰ ਕਿਸੇ ਇਸ ਤਰ੍ਹਾਂ ਦੀ ਆਈਡੀਓਲੋਜੀ ਦੀ ਕਮਿਟਮੈਂਟ ਦੀ ਮੰਗ ਨਹੀਂ ਕੀਤੀ ਗਈ। ਪੇਇੰਗ ਟੈਕਸਸ ਕੈਨ ਬੀ योर ਲੀਗਲ ਡਿਊਟੀ ਅੰਡਰ ਆਈਟੀ ਐਕਟ, ਇਨਕਮ ਟੈਕਸ ਐਕਟ ਔਰ ਸਮ ਅਦਰ ਜੀਐਸਟੀ ਐਕਟ, ਉਹ ਤੁਹਾਡਾ ਕੋਈ ਫੰਡਾਮੈਂਟਲ ਡਿਊਟੀ ਨਹੀਂ ਹੈ। So second statement is wrong. Then the constitution states that parliament may provide for legal penalties, punishments for non-compliance with duties, and such penal laws cannot be challenged for violating fundamental rights. ਕੁੱਲ ਮਿਲਾ ਕੇ ਗੱਲ ਇਹ ਪੁੱਛੀ ਜਾ ਰਹੀ ਕਿ ਫੰਡਾਮੈਂਟਲ ਡਿਊਟੀ ਨਾ ਨਿਭਾਉਣ ਤੇ ਤੁਹਾਨੂੰ ਪਨਿਸ਼ਮੈਂਟ ਦਿੱਤੀ ਜਾ ਸਕਦੀ ਹੈ। ਆਪਾਂ ਔਰ ਜੋ 4-5 ਫੈਕਟ ਸ਼ੁਰੂਆਤ ਦੇ ਵਿੱਚ ਯਾਦ ਕਰਨਾ ਹੈ ਫੰਡਾਮੈਂਟਲ ਡਿਊਟੀ ਪੜ੍ਹਦੇ ਹਾਂ, that fundamental duties are non-justiciable, ਠੀਕ ਹੈ ਜੀ। ਔਰ ਉੱਤੋਂ ਜੇ ਕੋਈ ਐਵੇਂ ਦਾ ਲਾਅ ਬਣਾ ਦਿੱਤਾ ਜਾਵੇ ਤਾਂ ਉਹਨੂੰ ਫੰਡਾਮੈਂਟਲ ਰਾਈਟਸ ਦੀ ਵਾਇਲੇਸ਼ਨ ਕਰਾਰ ਨਹੀਂ ਦਿੱਤਾ ਜਾਊਗਾ। ਸਰ ਜੇ ਫੰਡਾਮੈਂਟਲ ਰਾਈਟ ਦੀ ਵਾਇਲੇਸ਼ਨ ਹੋਗੀ ਤਾਂ ਫਿਰ ਤਾਂ ਉਹ ਚੈਲੰਜ ਹੋਗਾ ਹੀ ਹੋਗਾ। Hence third statement is also not correct. So answer is A, 1 only. Coming to next question, that choose the correct statement among the following options. Out of referendum, plebiscite, ordinance, recall, only plebiscite is not a device of direct democracy. ਹੁਣ ਡਾਇਰੈਕਟ ਡੈਮੋਕ੍ਰੇਸੀ ਦਾ ਜਿਹੜਾ ਕਨਸੈਪਟ ਆਪਾਂ ਪੜਿਆ ਤੇ ਆਪਾਂ ਪੜ੍ਹਦੇ ਆ ਕਿ ਕੁਝ ਟੂਲਸ ਨੇ ਜੋ ਡਾਇਰੈਕਟ ਡੈਮੋਕ੍ਰੇਸੀ ਰੱਖਦੇ ਆ। ਉੱਥੇ ਕੀ ਹੁੰਦਾ, ਲੋਕਾਂ ਦੇ ਹੱਥਾਂ ਦੇ ਵਿੱਚ ਸਿੱਧੀ ਪਾਵਰ ਦਿੰਦੇ ਕਿ ਕੁਝ ਐਕਸ਼ਨ ਤੁਸੀਂ ਸਿੱਧੇ ਆਪਣੇ ਵੋਟ ਨਾਲ ਕਰ ਲਓਗੇ, ਸਰਕਾਰ ਦੀ ਮੁਹਰ ਦੀ ਲੋੜ ਨਹੀਂ ਪੈਣੀ। ਸੋ ਯਾਦ ਰੱਖਣਾ, ਰੈਫਰੈਂਡਮ, ਪਲੈਬਿਸਾਈਟ, ਰੀਕਾਲ, ਇਹ ਤਿੰਨੇ ਡਾਇਰੈਕਟ ਡੈਮੋਕ੍ਰੇਸੀ ਦੇ ਟੂਲ ਆਲਰੇਡੀ ਹੈਗੇ ਨੇ। ਪਰ ਕੀ ਕਹਿ ਰਹੇ ਨੇ, ਓਨਲੀ ਪਲੈਬਿਸਾਈਟ ਇਜ਼ ਨਾਟ ਅ ਡਿਵਾਈਸ ਆਫ डायरेक्ट डेमोक्रेसी? आंसर इज नो, प्लेबिसाइट इज अ टूल ऑफ डायरेक्ट डेमोक्रेसी। हाँ जे ऑर्डिनेंस कह देंगे तो आपा कह देंगे कि ऑर्डिनेंस तो इंडिया ਦੇ ਵਿੱਚ ਵੀ ਜਿੱਥੇ ਆਪਾਂ ਰਿਪਰੈਜ਼ੈਂਟੇਟਿਵ ਡੈਮੋਕ੍ਰੇਸੀ ਯੂਜ਼ ਕਰ ਰਹੇ ਹਾਂ। ਸੋ ਕੀ ਹੈ ਪਲੈਬਿਸਾਈਟ ਜਾਂ ਰੈਫਰੈਂਡਮ? ਹਾਲਾਂਕਿ ਇਹ ਦੋਨੇ ਹੀ ਕਿਸੇ ਮੁੱਦੇ ਦੇ ਉੱਤੇ ਲੋਕਾਂ ਦੀ ਰਾਏਸ਼ੁਮਾਰੀ ਨਾਲ ਜੁੜਿਆ ਹੋਇਆ ਇੱਕ ਕਨਸੈਪਟ ਹੈ। ਜਿਵੇਂ ਰੈਫਰੈਂਡਮ ਮੈਂ ਕਹਾ ਕਿ ਪਾਰਲੀਮੈਂਟ ਨੇ ਇੱਕ ਕਾਨੂੰਨ ਪਾਸ ਕੀਤਾ, ਕਾਨੂੰਨ ਪਾਸ ਕਰਨ ਤੋਂ ਬਾਅਦ ਉਹਨੂੰ ਲਾਗੂ ਕਰਨ ਤੋਂ ਪਹਿਲਾਂ ਲੋਕਾਂ ਦੀਆਂ ਵੋਟਾਂ ਪਵਾ ਲਈਆਂ। ਜਿਵੇਂ ਮੰਨ ਲਓ ਕਿਸਾਨ ਕਾਨੂੰਨ ਆਏ ਸੀਗੇ, ਹੁਣ ਲੋਕਾਂ ਦਾ ਵਿਰੋਧ ਹੋ ਗਿਆ। ਜੇ ਕੋਈ ਐਦਾਂ ਦਾ ਟੂਲ ਹੁੰਦਾ ਇੰਡੀਆ ਦੇ ਵਿੱਚ ਕਿ ਬਈ ਲੋਕਾਂ ਦਾ ਵੋਟ ਕਰਾ ਰਹੇ, ਜੇ ਲੋਕੀ ਕਹਿਣਗੇ ਕਿ ਹਾਂ ਇਹ ਲਾਗੂ ਹੋਣਗੇ ਤਾਂ ਹੋਣਗੇ, ਨਹੀਂ ਤਾਂ ਨਹੀਂ ਹੋਣਗੇ। ਤਾਂ ਇਸ ਤਰ੍ਹਾਂ ਦਾ ਸਿਸਟਮ ਜੇ ਦੇਸ਼ ਦੇ ਵਿੱਚ ਹੈ ਤਾਂ ਡਾਇਰੈਕਟ ਡੈਮੋਕ੍ਰੇਸੀ ਆ ਗਈ ਨਾ, ਲੋਕੀ ਖੁਦ ਡਿਸਾਈਡ ਕਰ ਰਹੇ ਨੇ ਮੁੱਦਾ, ਤਾਂ ਉਹਨੂੰ ਕਹਿੰਦੇ ਰੈਫਰੈਂਡਮ। ਨਹੀਂ ਇੰਡੀਆ ਦੇ ਵਿੱਚ ਪਲੈਬਿਸਾਈਟ ਵੀ ਕਿਸੇ ਮੁੱਦੇ ਉੱਤੇ ਲੋਕਾਂ ਦੀ ਰਾਏਸ਼ੁਮਾਰੀ ਹੈ ਵੋਟਾਂ ਰਾਹੀਂ, ਬਟ ਦੋਨਾਂ ਦਾ ਬਹੁਤ ਟੈਕਨੀਕਲ ਫਰਕ ਮੈਂ ਕਹਾਂ ਤਾਂ ਪਲੈਬਿਸਾਈਟ ਆਪਾਂ ਕਹਿੰਦੇ ਆ ਜਦੋਂ ਕੋਈ ਏਰੀਆ ਆਪ ਦੀ ਪੋਲੀਟੀਕਲ ਆਈਡੈਂਟੀਟੀ ਡਿਸਾਈਡ ਕਰਦਾ। ਜਿਵੇਂ ਅਗੇਨ ਨਾਟ ਟੂ ਹਰਟ ਐਨੀਵਨਸ ਫੀਲਿੰਗ, ਇੱਕ ਉਹ ਚੱਲ ਰਿਹਾ ਸੀ ਰੈਫਰੈਂਡਮ 2020 ਕਿ ਪੰਜਾਬ ਦੇ ਲੋਕਾਂ ਤੋਂ ਵੋਟਾਂ ਪਵਾਵਾਂਗੇ, ਪੰਜਾਬ ਨੂੰ ਹਿੰਦੁਸਤਾਨ ਦਾ ਪਾਰਟ ਰੱਖਣਾ ਚਾਹੁੰਦੇ ਕਿ ਨਹੀਂ ਰੱਖਣਾ ਚਾਹੁੰਦਾ, ਪੰਜਾਬ ਦੀ ਧਰਤੀ ਨੇ ਬਾਹਰ ਕੁਝ ਚੱਲ ਰਿਹਾ ਸੀ ਸੁਣਿਆ ਹੋਣਾ। तो ਉਹਨੂੰ ਕਹਿ ਦਿੰਦੇ ਸੀ ਰੈਫਰੈਂਡਮ 2020। ਜੇ ਮੈਂ ਟੈਕਨੀਕਲੀ ਇਸ ਤਰ੍ਹਾਂ ਦੇ ਮੁੱਦੇ ਨੂੰ ਕਿ ਕੋਈ ਏਰੀਆ ਉਸ ਕੰਟਰੀ ਦਾ ਪਾਰਟ ਹੈ ਨਹੀਂ ਹੈ, ਅੱਡ ਤੋਂ ਇੱਕ ਉਹ ਨਵਾਂ ਮੁਲਕ ਬਣਨਾ ਚਾਹੁੰਦਾ, ਇਹਨੂੰ ਆਪਾਂ ਕਹਿੰਦੇ ਪਲੈਬਿਸਾਈਟ। ਇਹ ਟੈਕਨੀਕਲ ਫਰਕ ਹੈ ਦੋਨਾਂ ਦਾ। ਓਕੇ, ਸੋ ਪਹਿਲੀ ਸਟੇਟਮੈਂਟ ਰੋਂਗ ਹੈ। ਦੂਜੇ ਤੇ ਆਈਏ, ਆਊਟ ਆਫ ਆਰਟੀਕਲ 15, 22, 26, 44 ਆਫ ਦ ਇੰਡੀਅਨ ਕਨਸਟੀਟਿਊਸ਼ਨ, only article 26 does not directly reveal the secular character of Indian state. Blatantly wrong. ਸਭ ਤੋਂ ਪਹਿਲਾਂ ਦਾ ਆਰਟੀਕਲ 26 ਜਦੋਂ ਆਪਾਂ ਗੱਲ ਕਰਦੇ ਹਾਂ ਤਾਂ ਹਰ ਇੱਕ ਰਿਲੀਜੀਅਸ ਡਿਨੋਮੀਨੇਸ਼ਨ ਨੂੰ ਆਪ ਦੇ ਰਿਲੀਜੀਅਸ ਮੈਟਰ ਦੇ ਵਿੱਚ ਡੀਲ ਕਰਨ ਦੀ ਪਾਵਰ, ਫੰਡਾਮੈਂਟਲ ਰਾਈਟ ਦਿੱਤਾ ਗਿਆ ਹੈ।
ਤਾਂ ਉਹ ਵੀ ਸੈਕੂਲਰਿਜ਼ਮ ਨਾਲ ਰਿਲੇਟਡ। ਦੂਜਾ ਜਦੋਂ ਆਪਾਂ ਬਾਕੀ ਆਰਟੀਕਲਸ ਨੂੰ ਇਗਨੋਰ ਕਰਦੇ ਆ, ਜਿਵੇਂ ਕਿ ਆਰਟੀਕਲ 15, ਆਰਟੀਕਲ 15 ਦੇ ਵਿੱਚ ਕਲੀਅਰ ਕੱਟ ਲਿਖਿਆ ਗਿਆ ਨॉन डिस्क्रिमिनेशन क्लॉजेस, नो डिस्क्रिमिनेशन ऑन द बेसिस ऑफ रिलीजन, रिलीजन पहला वर्ड है, ਤਾਂ ਇਹ ਵੀ ਇੰਡੀਆ ਦੇ ਸੈਕੂਲਰ ਕੈਰੈਕਟਰ ਨੂੰ ਦਿਖਾ ਰਿਹਾ। ਆਰਟੀਕਲ 44 ਗੱਲ ਕਰਦਾ ਹੈ ਭਾਵੇਂ ਡੀਪੀਐਸਪੀ ਦੇ ਵਿੱਚ ਹੋਵੇ ਲੇਕਿਨ ਯੂਨੀਫਾਰਮ ਸਿਵਲ ਕੋਡ ਦੀ ਵੀ ਸੈਕੂਲਰ ਕੈਰੈਕਟਰ ਦੀ ਗੱਲ ਕਰ ਰਿਹਾ। ਹਾਂ ਇੱਥੇ ਆਰਟੀਕਲ 22 ਜੇ ਮੈਂਸ਼ਨ ਕਰ ਦਿੰਦੇ ਫਿਰ ਆਪਾਂ ਕਹਿੰਦੇ ਕਿ ਹਾਂ ਯਾਰ ਇਹਦਾ ਡਾਇਰੈਕਟ ਸੈਕੂਲਰਿਜ਼ਮ ਤੋਂ ਕੋਈ ਲੈਣਾ ਨਹੀਂ। Article 22 provides for protection in cases of punitive detention and preventive detention. So, the statement is wrong. दो wrong हुई हैं शुरुआत में। Third, as per Article 15 of the Indian Constitution, discrimination is prohibited on the grounds of religion. मैं हुई गल की थी पहला word religion है, but again, religion, sex and caste ਇਹਨਾਂ ਤਿੰਨ ਆਧਾਰਾਂ ਤੇ discriminate ਨਹੀਂ ਕਰ ਸਕਦੇ, but race or place of birth can be valid grounds for discrimination by the state. और वैलिडिटी रॉन्ग जो आप आर्टिकल 15 पढ़ते हैं तो आप बस उल्टा होते हैं कि स्टेट डिस्क्रिमिनेट नहीं कर सकता ऑन द बेस ऑफ रिलीजन, रेस, कास्ट, सेक्स, प्लेस ऑफ बर्थ दे भी आधार ते। सो 5 ग्राउंड आप स्पेसिफिकली आर्टिकल 15 दे ना ते करने रिलीजन, रेस, कास्ट, सेक्स, प्लेस ऑफ बर्थ। हियर रॉन्ग। नाउ ऑप्शन ही बच रही है डी। ज्यादातर केसेस दे विच तो एक पूछेगा डी आंसर आ रहेगा। नाउ हियर इट कम्स अगेन फैक्चुअल है। Public health and sanitation comes under the purview of state list. Population control and family planning comes under the concurrent list. We will be reading in the classes schedule 7. And it says कि public health जो है public health and sanitation सफाई ਇਹ ਤਾਂ ਆਉਂਦਾ ਹੈ state list ਦੇ ਵਿੱਚ। ਤਾਂ ਤੁਸੀਂ ਦੇਖੋਗੇ ਜ਼ਿਆਦਾਤਰ public health ਨਾਲ ਜੁੜੇ ਹੋਏ ਨੇ ਔਰ state ਦੇ ਅੰਡਰ ਵਰਕ ਕਰ ਰਹੇ ਹੁੰਦੇ ਨੇ। Then comes that the population control and family planning एक concurrent list ਦੇ ਵਿੱਚ मतलब सेंटर से दोनों लॉ बना सकते हैं। Factually correct. D is our answer. Next is ਇਹ ਵੀ ਬੜੀ ਇੰਟਰਸਟ ਸਭ ਤੋਂ ਇੰਟਰਸਟਿੰਗ ਆਪਸ਼ਨ ਮੈਨੂੰ ਇਹ ਲੱਗੀ ਸੀ ਜਿੱਥੇ ਫੁੱਲ ਮੂਡ ਨਾਲ ਬਣਾਇਆ ਗਿਆ ਕਿ ਕੀ ਕਰਨਾ ਸਿਰਫ ਤੇ ਸਿਰਫ ਟਾਈਮ ਵੇਸਟ ਕਰਾਉਣਾ ਹੈ ਕੈਂਡੀਡੇਟ। ਯਾਦ ਹੈ ਨਾ 2024 ਦਾ ਜਿਨ੍ਹਾਂ ਨੇ ਪੇਪਰ ਦਿੱਤਾ ਸਭ ਤੋਂ ਵੱਡਾ ਚੈਲੰਜ ਕੁਐਸਚਨ ਸੋਲਵ ਕਰਨਾ ਨਹੀਂ ਸੀਗਾ, ਕੁਐਸਚਨ ਕੰਪਲੀਟ ਕਰਨਾ ਬਣ ਗਿਆ ਸੀਗਾ। ਲੈਂਦੀ ਪੇਪਰ ਔਰ ਉਹਦੇ ਵਿੱਚ ਵੀ इस तरह दी चीज़ों ने टाइम वेस्ट कराएगा। बड़ा अनकन्वेंशनल सा ऑप्शन है ना। उसी सेट वाली नॉलेज इतने पूछ ली जो सिलेबस का पार्ट भी नहीं है। ओके लेट्स गो। अच्छा है कुछ नहीं क्वेश्चन दे विच, बस थोड़ा जा टेक्निक पता होनी चाहिए क्विकली सॉल्व करन। बट जदों अचानक तो इस तरह के ऑप्शन आउंदी है अपना टाइम वेस्ट होंदा। ओके कंसीडर फॉलोइंग वेरिएबल्स रिप्रेजेंटिंग द कॉन्स्टिट्यूशनल मिनिमम एज ऑफ क्वालिफिकेशन इन इंडिया। और करेक्ट रिलेशन न्यूमरिकल रिलेशन ये चैलेंज सीगा सॉल्व करना। सो कुछ नहीं है अड अड थावां पे इलैक्ट सिलेक्ट होने दी मिनिमम एज कितनी है। मिनिमम एज पूछी गई। मिनिमम एज फॉर कंटेस्टिंग इलेक्शन एज ए मेंबर ऑफ पंचायत एज पर पार्ट 19 ऑफ द इंडियन कॉन्स्टिट्यूशन ये कितनी है जी, जे पढ़िया था 21 साल। फिर मिनिमम एज फॉर अपॉइंटमेंट ऑफ द ऑफिस ऑफ गवर्नर 35 साल। मिनिमम एज फॉर क्वालिफिकेशन ऑफ फिलिंग ऑफ सीट्स ऑफ हाउस ऑफ पीपल 25 साल। Then minimum age for qualification of filling of seats in the Council of State 30 साल राज्य सभा ਦੇ ਵਿੱਚ ਇੰਨੀ ਮਿਨੀਮਮ ਏਜ। ਹੁਣ ਜ਼ਿਆਦਾਤਰ ਕੁਐਸਚਨ ਹੁਣ ਤੱਕ ਜੋ ਸਟੇਟ ਲੈਵਲ ਤੇ ਪੁੱਛੇ ਗਏ ਉਹ ਸਿੱਧਾ ਇੱਕ ਸਟੇਟਮੈਂਟ ਏਜ ਤੇ ਪੁੱਛ ਲੈਂਦੇ ਨਹੀਂ ਹੈ। ਇਹਦੇ ਵਿੱਚ ਮਜ਼ੇਦਾਰ ਗੱਲ ਇਹ ਸੀ ਕਿ ਹੁਣ ਇਹਦਾ ਨਿਊਮਰੀਕਲ ਰਿਲੇਸ਼ਨ ਦੱਸੋ ਕੌਣ ਕਿਹਦੇ ਨਾਲੋਂ ਵੱਡਾ ਔਰ ਉਹ ਵੀ ਕੋਡੀਫਾਈਡ ਫਾਰਮ ਦੇ ਵਿੱਚ PQRS ਇਹ ਸਾਰੀ ਸਟੇਟਮੈਂਟ। ਤਾਂ ਇਹਦੇ ਬਸ ਇਹ ਕਿ ਗ੍ਰੇਟਰ ਦੈਨ ਗ੍ਰੇਟਰ ਦੈਨ ਗ੍ਰੇਟਰ ਦੈਨ। ਹੁਣ ਆਪਾਂ ਜੇ ਇੱਥੇ ਰਿਲੇਸ਼ਨ ਸ਼ੋ ਕਰੀਏ ਇਸ ਚੀਜ਼ ਦਾ 21 35 25 30 ਇਕੁਅਲ ਤਾਂ ਕਿਤੇ ਵੀ ਨਹੀਂ ਆ ਰਿਹਾ, ਕੋਈ ਵੀ ਡਿਜਿਟ ਬਰਾਬਰ ਨਹੀਂ ਹੈ। ਤਾਂ ਇੱਕ ਸੌਖਾ ਤਰੀਕਾ ਇਹ ਹੈ ਕਿ ਬਈ ਸਭ ਤੋਂ ਪਹਿਲਾਂ ਤਾਂ ਨਿਗੇਟ ਕਰੋ, ਆਖਰੀ ਦੋ ਆਪਸ਼ਨ ਤਾਂ ਨਹੀਂ ਹੈਗੀ। ਹੁਣ ਇਹਨਾਂ ਦੋ ਆਪਸ਼ਨ ਦੇ ਵਿੱਚ ਹੀ ਹੈ ਠੀਕ ਹੈ। ਹੁਣ ਇੱਥੇ ਜੇ ਆਪਾਂ ਦੇਖੀਏ P 21 ਸਾਲ, Q 35 ਸਾਲ ਠੀਕ ਹੈ ਜੀ, ਦੈਨ R 25 ਸਾਲ ਤੇ S 30 ਸਾਲ। ਜੇ ਆਪਾਂ ਪਹਿਲੀ ਵਾਲੀ ਨੂੰ ਚੈੱਕ ਕਰੀਏ A ग्रेटर है समझ आउंदा है, Q इज ग्रेटर देन R, लाइक A 35 तो ਵੱਧ ਹੈ ਆਨਸਰ ਇਸ ਨੂੰ। ਤਾਂ ਫਿਰ ਆਪਸ਼ਨ ਕੀ ਬਚਦਾ ਹੈ B ਆਪਸ਼ਨ ਬਚਦਾ ਹੈ ਜਿੱਥੇ PRSQ ਨੂੰ ਗ੍ਰੇਟਰ ਫਾਰਮ ਚ ਰੱਖਿਆ ਗਿਆ। ਹੁਣ ਆਪਾਂ ਜੇ PRSQ ਨੂੰ ਰੱਖ ਲਈਏ ਜਸਟ ਪ੍ਰੈਕਟਿਸ ਲਾਈਕ B 21 ਸਾਲ, ਫਿਰ ਆਪਾਂ R ਤੇ ਆ ਜਾਈਏ 25 ਸਾਲ, ਦੈਨ ਆਪਾਂ ਆ ਜਾਈਏ ਜੋ ਹੈ PRQ ਤੇ दैट इज ਇੱਥੇ 35 ਸਾਲ, ਸੌਰੀ ਇੱਥੇ S ਹੈ 30 ਸਾਲ ਦੈਨ 35 ਸਾਲ। ਤਾਂ ਫਿਰ ਇਹ ਸਾਰੇ ਗ੍ਰੇਟਰ ਵੈਲਿਊ ਦੇ ਵਿੱਚ ਲੱਗ ਜਾਣਗੇ ਜੋ ਆਪਸ਼ਨ B ਦੇ ਵਿੱਚ ਦਿੱਤਾ ਗਿਆ।
ਸੋ ਨਿਊਮੈਰੀਕਲ ਰਿਲੇਸ਼ਨ ਤਾਂ ਕੁਐਸਚਨ ਦੇ ਵਿੱਚ ਕੋਈ ਪ੍ਰੋਬਲਮ ਨਹੀਂ ਸੀਗੀ, ਸਿਰਫ ਪ੍ਰੋਬਲਮ ਸੀਗੀ ਆਪਸ਼ਨ ਵੇਸਟੇਜ ਆਫ ਟਾਈਮ। ਮੂਵਿੰਗ ਟੂ ਅਗੇਨ x y z ਉਹੀ ਟਾਈਪ ਵੀ ਇੰਟਰਸਟਿੰਗ ਜੀ ਸਟੇਟਮੈਂਟਸ। ਆਈਡੈਂਟੀਫਾਈ x y and z based on the political theories described below। ਜੇ ਇਹਦੇ 'ਚ ਥੋੜਾ ਬਹੁਤ ਥਿੰਕਰ ਪਾਰਟ ਕਿਤੇ ਪੜਿਆ ਤਾਂ ਵੀ ਪਹਿਲੇ ਹੱਲੇ ਸੋਲਵ ਹੈ, ਬਟ ਆਪਾਂ ਦੇਖ ਲੈਂਦੇ ਹਾਂ। John Rawls give a political moral theory as an alternative to utilitarianism in his 1970 work, A Theory of Acts, where he propounds acts as fairness। मैं मानता है टपर डिग्री अगर इस तरह की चीज़ां पहला नहीं पढ़िया, ठीक है। दूसरा स्टेटमेंट कह रहा है J.S. Mill advocates in his 1859 work on why that the sole purpose for which power can be rightfully exercised over any member of a civilized community against his will is to prevent harm to others। Tetija, Rabindranath Tagore criticized the Eurocentric idea of Z. This exclusionary model of Z, Tagore argued, resulted in imperialism, war, and subjugation of human beings। ਹੁਣ ਤੁਸੀਂ ਆਈਡੈਂਟੀਫਾਈ ਕਰੋ x y z ਆਖਿਰ ਰਿਸਪੈਕਟਿਵਲੀ ਕੀ ਨੇ, ਤੇ ਕੁਝ ਕੀ ਕਨਸੈਪਟ ਤੇ ਪਲੇ ਕੀਤਾ। ਲਿਬਰਟੀ, ਇਕੁਐਲਿਟੀ, ਫ੍ਰੈਟਰਨਿਟੀ, ਫ੍ਰੀडम, ਜਸਟਿਸ, ਸੈਕੂਲਰਿਜ਼ਮ, ਜਸਟਿਸ, ਲਿਬਰਟੀ, ਨੈਸ਼ਨਲਿਜ਼ਮ, right, freedom, and capitalism। So I accept that this was a bit of like out of crease question। किस तरह के कॉन्सेप्ट या थिंकर नहीं पढ़े तो थोड़ा मुश्किल हो जाऊगा, और मैं फिर पोस्ट ऑफ नहीं करूंगा यार कॉमन सेंस ਤੇ ਹਰ ਜਗ੍ਹਾ ਲਾ ਕੇ ਆਪਾਂ ਸੋਲਵ ਕਰ ਸਕੀਏ। ਤਾਂ ਫਿਰ ਆਪਾਂ ਜੇ ਦੇਖੀਏ ਕਿ ਇਹਦਾ ਕੰਪਲੀਟ ਆਨਸਰ ਕੀ ਹੈ, ਜੌਨ ਰੌਲਸ ਨੂੰ ਮੰਨਿਆ ਹੀ ਜਾਣਿਆ ਜਾਂਦਾ ਹੈ ਇਹਨਾਂ ਦੀ ਥਿਊਰੀ ਆਫ ਜਸਟਿਸ ਨੂੰ ਲੈ ਕੇ। ਤਾਂ ਇਹਨਾਂ ਨੇ ਫੇਅਰਨੈਸ ਦੇ ਨਾਲ ਰਿਲੇਟ ਕੀਤਾ ਸੀ ਜਸਟਿਸ ਸਿਸਟਮ। ਜਸਟਿਸ ਦੇ ਵਿੱਚ ਫੇਅਰਨੈਸ ਹੋਣੀ ਬਹੁਤ ਜ਼ਰੂਰੀ ਹੈ। ਤਾਂ ਪਹਿਲਾ ਹੈ ਜਸਟਿਸ। ਫਿਰ ਆਪਾਂ ਜੇਐਸ ਮਿਲ ਦੀ ਗੱਲ ਕਰੀਏ ਤੇ ਇੱਥੇ ਜੇਐਸ ਮਿਲ ਨੂੰ ਵੀ ਲਿਬਰਟੀ ਕਨਸੈਪਟ ਲਈ ਇੱਕ ਫ੍ਰੀ ਸੋਸਾਇਟੀ ਲਈ ਕਾਫੀ ਜਾਣਿਆ ਜਾਂਦਾ। ਤਾਂ ਇੱਥੇ ਕਹਿੰਦੇ ਨੇ ਕਿ ਬਈ ਆਪਣਾ ਔਨ ਲਿਬਰਟੀ ਹੈ ਇਹਨਾਂ ਦਾ ਵਰਕ ਸੀਗਾ, that sole purpose for which power can be rightfully exercised over any member of civilized community के state अपनी power use कर सकता community ਦੇ ਉੱਤੇ just ਕਿ ਕਿਸੇ ਔਰ ਨੂੰ harm ਨਾ ਹੋਵੇ। ਚੋਰਾਂ ਡਾਕੂਆਂ ਨੂੰ ਤੇ state ਨੇ ਫੜਨਾ ਹੀ ਹੈ, ਤਾਂ ਇਹ ਕਨਸੈਪਟ ਲਿਬਰਟੀ ਨਾਲ ਜੁੜਿਆ ਹੋਇਆ ਸੀ। ਤੇ ਰਵਿੰਦਰਨਾਥ ਟੈਗੋਰ ਜਿਸ ਐਕਸਕਲੂਜਨਰੀ यूरोसेंट्रिक मॉडल, यूरोपियन मॉडल की गल कर रहे हैं ना, जो इंपीरियलिज्म वॉर वगैरह तो लेके जा रहा है, दिस इज बेसिकली नेशनलिज्म। याद रखना अपन नेशनलिज्म ਨੂੰ ਕਾਫੀ ਸਰਾਉਂਦੇ ਕਿ ਨੈਸ਼ਨਲਿਸਟਿਕ ਫੀਲਿੰਗ ਸਿਟੀਜ਼ਨ ਦੇ ਵਿੱਚ ਹੋਣੀ ਚਾਹੀਦੀ ਹੈ। ਜੇ ਰਵਿੰਦਰਨਾਥ ਟੈਗੋਰ ਨੂੰ ਆਪਾਂ ਪੜ੍ਹੀ ਤੇ ਰਵਿੰਦਰਨਾਥ ਟੈਗੋਰ ਨੇ ਐਕਸਟੈਂਸਿਵਲੀ ਕ੍ਰਿਟਿਸਾਈਜ਼ ਕੀਤਾ ਸੀ ਨੈਸ਼ਨਲਿਜ਼ਮ ਨੂੰ, ਖਾਸ ਕਰਕੇ ਕਿਹੜਾ ਨੈਸ਼ਨਲਿਜ਼ਮ ਜਿਹੜਾ ਯੂਰਪ ਦੇ ਵਿੱਚ ਉੱਠਿਆ। ਇੱਕ ਐਗਜ਼ਾਮਪਲ ਹਿਟਲਰ। ਤਾਂ ਹਿਟਲਰ ਕਹਿੰਦਾ ਕਿ ਨਹੀਂ ਜੀ ਸਿਰਫ ਜਿਹੜੇ ਰੇਸਿਸਟ ਸੁਪਰੀਮਿਸਟ ਕਿ ਜਿਹੜੀ ਸਾਡੀ ਆਰੀਅਨ ਰੇਸ ਹੈ ਇਹੀ ਸੁਪਰੀਮ ਰੇਸ ਹੈ ਤੇ ਅਸੀਂ ਹੀ ਨੈਸ਼ਨਲਿਸਟ ਹੋ ਸਕਦੇ ਹਾਂ, ਸਾਡੇ ਤੋਂ ਇਲਾਵਾ ਕੋਈ ਹੋਰ ਕੌਮ ਇੱਥੇ ਰਹਿ ਰਹੀ ਉਹ ਨੈਸ਼ਨਲਿਸਟ ਨਹੀਂ ਹੋ ਸਕਦਾ। ਠੀਕ ਹੈ, ਜਿਵੇਂ ਕੋਈ ਵੀ ਕੋਈ ਧਰਮ ਦੇ ਆਧਾਰ ਤੇ ਗੱਲ ਕਰਨ ਲੱਗ ਜਾਏ, ਕੋਈ ਜਾਤ ਦੇ ਆਧਾਰ ਤੇ, ਕੋਈ ਜੈਂਡਰ ਦੇ, ਤਾਂ ਇੱਥੋਂ ਬਾਕੀ ਲੋਕੀ ਐਕਸਕਲੂਡ ਹੋ ਰਹੇ ਨੇ। ਤਾਂ ਫਿਰ ਉਹਨਾਂ ਨੇ ਬਹੁਤ ਜ਼ਿਆਦਾ ਇਸ ਤਰ੍ਹਾਂ ਦੇ ਨੈਸ਼ਨਲਿਜ਼ਮ ਨੂੰ ਕ੍ਰਿਟਿਸਾਈਜ਼ ਕੀਤਾ ਸੀ। ਆਨਸਰ ਇਜ਼ ਸੀ, ਜਸਟਿਸ, ਲਿਬਰਟੀ ਐਂਡ ਨੈਸ਼ਨਲਿਜ਼ਮ। ਮੂਵਿੰਗ ਟੂ last question, I believe, which one of the following is the constitutional body in India? Again, very simple. National Commission for Scheduled Tribe, National Commission for Minorities, National Commission for Women, Niti Aayog। ਇਹਨਾਂ ਦੇ ਵਿੱਚੋਂ ਬਸ ਇੱਕ ਹੈ ਜਿਹੜੀ ਕਿ constitutional body ਹੈ, ਉਹ ਦੱਸ ਦਿਓ। So answer is National Commission for Scheduled Tribe। ਅੱਛਾ, ਆਪਾਂ ਕੀ ਯਾਦ ਰੱਖਣਾ ਜਦੋਂ ਵੀ ਆਪਾਂ ਨੈਸ਼ਨਲ ਕਮਿਸ਼ਨ ਫॉर ਸ਼ੈਡਿਊਲਡ ਟ੍ਰਾਈਬ ਪੜ੍ਹਦੇ ਹਾਂ, ਇੱਕ ਮੋਸਟ ਇੰਪੋਰਟੈਂਟ ਚੀਜ਼ ਯਾਦ ਰੱਖਣੀ ਹੈ, ओरिजिनल कॉन्स्टिट्यूशन ਦੇ ਵਿੱਚ ਇਹ ਬੋਡੀ ਨਹੀਂ ਸੀ। 89th ਕਨਸਟੀਟਿਊਸ਼ਨਲ ਅਮੈਂਡਮੈਂਟ ਰਾਹੀਂ, that is in 2003 basically, ਉਦੋਂ ਇਹਨੂੰ ਐਡ ਕੀਤਾ ਗਿਆ ਸੀਗਾ ਤੇ ਆਰਟੀਕਲ 338A ਰਾਹੀਂ ਨੈਸ਼ਨਲ ਕਮਿਸ਼ਨ ਫॉर ਸ਼ੈਡਿਊਲਡ ਟ੍ਰਾਈਬ ਬਣਾਇਆ ਗਿਆ ਸੀਗਾ। ਰੈਸਟ ਮਾਈਨੋਰਿਟੀ ਹੋਵੇ, ਨੈਸ਼ਨਲ ਕਮਿਸ਼ਨ ਫॉर ਵੂਮਨ ਹੋਵੇ, ਸਟੈਟਿਊਟਰੀ ਆਰਗੇਨਾਈਜੇਸ਼ਨ ਲੱਗਦੀ। ਨੀਤੀ ਆਯੋਗ ਜੋ 2015 ਦੇ ਵਿੱਚ ਪਲਾਨਿੰਗ ਕਮਿਸ਼ਨ ਨੂੰ ਹਟਾ ਕੇ ਬਣਾਇਆ ਗਿਆ, ਇਹਦੇ ਨਾ ਤਾਂ ਕਨਸਟੀਟਿਊਸ਼ਨ ਜ਼ਿਕਰ ਹੈ ਇਹਦੇ ਵਾਸਤੇ, ਨਾ ਹੀ ਕੋਈ ਐਕਟ ਹੈ, ਇਹਨੂੰ ਆਪਾਂ ਐਗਜ਼ੀਕਿਊਟਿਵ ਬੋਡੀ ਕਹਿੰਦੇ। ਸੋ ਥੀਸ ਵਰ ਦ ਕੁਐਸਚਨਸ ਬੀਨ ਆਸਕਡ ਇਨ 2024 ਐਗਜ਼ੀਕਿਊਟਿਵ ਬ੍ਰਾਂਚ ਕੁਐਸਚਨ ਪੇਪਰ ਪੋਲਿਟੀ ਰਿਗਾਰਡਿੰਗ ਆਪਾਂ ਗੱਲ ਕਰ ਰਹੇ ਸੀਗੇ। ਐਂਡ ਨਾਓ ਵੀ ਹੈਵ ਸੀਨ ਕਿ ਯਾਰ ਸਿੰਪਲ ਕੁਐਸਚਨ ਵੀ ਨੇ,
ਸਿੰਪਲ ਕੁਐਸਚਨ ਨੂੰ ਬਹੁਤ ਹੀ ਟੇਢੇ ਤਰੀਕੇ ਨਾਲ ਪੁੱਛਿਆ ਵੀ ਗਿਆ ਤੇ ਕੁਝ ਟਫਰ ਡਿਗਰੀ ਕੁਐਸਚਨ ਵੀ ਹੈ ਆਪਾਂ ਨੂੰ ਐਕਸੈਪਟ ਕਰਨੇ ਪੈਣੇ, ਤਾਂ ਜੋ ਮੈਂ ਬਾਰ-ਬਾਰ ਕਹਿਣਾ ਕਿ ਤੁਹਾਨੂੰ ਉਹਨਾਂ ਨੇ ਲਾਉਣਾ ਅਲਟੀਮੇਟਲੀ ਐਸਟੀਐਮ ਹੈ, ਐਗਜ਼ੀਕਿਊਟਿਵ ਹੈ, ਤਾਂ ਫਿਰ ਜਿਹੜਾ ਪਰਖਣ ਦਾ ਪੈਮਾਨਾ ਹੋਊਗਾ ਉਹ ਵੀ ਐਸਟੀਐਮ ਵਰਗਾ ਹੋਊਗਾ। ਇਹ ਨਹੀਂ ਕਿ सिंगल डे एग्जाम में तो बहुत सौखे क्वेश्चन पूछ के छोड़ दें। तो याद रखना, बेटर प्रिपरेशन तो अलावा और कोई चारा नहीं है टू गेट सिलेक्टेड। That's all for today. Thank you so much.